ਐਜ਼ ਆ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਤੇ ਵਕੀਲ ਤੁਸੀਂ ਕਿਵੇਂ ਸਮਝਦੇ ਹੋ ਇਸ ਪੂਰੇ ਕੇਸ ਨੂੰ ਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਭੇਜਿਆ ਗਿਆ ਕਿ ਵਾਕਈ ਉਹ ਸਿਸਟਮ ਸਹੀ ਹੈ? ਟ੍ਰਾਇਲ ਚੱਲੇ ਤੇ ਇਹ ਸਾਹਮਣੇ ਆਇਆ ਵੀ ਜਿਹੜੀ ਡੈਥ ਉਹਨਾਂ ਦੀ ਹੋਈ ਹੈ ਉਹ ਪੰਚ ਦੇ ਨਾਲ ਨਹੀਂ ਹੋਈ। ਮੈਡੀਕਲ ਰਿਪੋਰਟਸ ਤੋਂ ਇਹ ਪਤਾ ਲੱਗਿਆ ਵੀ ਉਹਨਾਂ ਨੂੰ ਪਹਿਲਾਂ ਹੀ ਕੁਝ ਸੀਵੀਅਰ ਪ੍ਰੋਬਲਮ ਸੀਗੀਆਂ, ਕੋਈ ਬ੍ਰੇਨ ਹੈਮਰੇਜ ਜਾਂ ਕੋਈ ਹਾਰਟ ਦੀ ਪ੍ਰੋਬਲਮ ਸੀਗੀਆਂ। ਜਿਹਨਾਂ ਦੀ ਡੈਥ ਹੋਈ ਉਦੋਂ ਉਹਨਾਂ ਦੀ ਉਮਰ ਸੀਗੀ ਤਕਰੀਬਨ 50 ਸਾਲ, ਲੇਕਿਨ ਜਿਹੜੀ ਜੁਡੀਸ਼ਰੀ ਇਹਦਾ ਜਜਮੈਂਟ ਆਈ ਹੈ ਇਹਦੇ 'ਚ ਉਮਰ 65 ਸਾਲ ਹੈ। ਸਾਨੂੰ ਇਹ ਨਹੀਂ ਸਮਝ ਆਈ ਵੀ ਇਹਦੀ ਉਮਰ ਜਿਹੜਾ ਮਰਨ ਵਾਲੇ ਦੀ 65 ਸਾਲ ਕਿਉਂ ਲਿਖੀ ਉਹਦੇ 'ਚ, ਲੇਕਿਨ ਉਮਰ ਉਹਨਾਂ ਦੀ 50 ਸਾਲ ਸੀ ਉਦੋਂ ਡੈਥ ਹੋਈ ਉਹਨਾਂ ਦੀ। ਲੀਗਲ ਕੁੰਡੀਆਂ ਕੀ ਹੁੰਦੀਆਂ ਨੇ ਵੀ ਅਪੀਲ ਕਦੇ ਵੀ ਖੁੱਲ੍ਹ ਸਕਦੀ ਹੈ, 10 ਸਾਲ ਨਾਲ ਖੁੱਲ੍ਹੇ, 20 ਸਾਲ ਨਾਲ ਖੁੱਲ੍ਹੇ। ਉਹ ਦੇਖਣ ਵਾਲੀ ਗੱਲ ਹੈ ਵੀ ਇਲੈਕਸ਼ਨਾਂ ਤੋਂ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਇਹ ਅਪੀਲ ਖੁੱਲ੍ਹੀ ਅਤੇ ਫੈਸਲਾ ਹੋਣਾ ਹੁੰਦਾ ਉਹਦਾ। ਅਤੇ ਵੇਖਣ ਵਾਲੀ ਗੱਲ ਹੈ ਵੀ ਮਾਨਯੋਗ ਜੱਜ ਉਹੀ ਨੇ ਜਸਟਿਸ ਕੌਲ ਸਾਹਿਬ ਜਿਨ੍ਹਾਂ ਨੇ ਸਿੱਧੂ ਸਾਹਿਬ ਨੂੰ ਬਰੀ ਕੀਤਾ ਸੀ 1000 ਰੁਪਏ, ਉਹੀ ਜੱਜ ਨੇ ਹੁਣ ਸਜ਼ਾ ਸੁਣਾਈ। ਜਿਹੜਾ ਰਿਵਿਊ ਪਟੀਸ਼ਨ ਹੈ ਨਾ ਉਹ 100% ਚੋਂ 1% ਹੀ ਅਸੈਪਟ ਹੁੰਦੀ ਹੈ। ਜਦੋਂ ਅਸੈਪਟ ਹੋ ਜੇ ਉਸ ਤੋਂ ਬਾਅਦ 1% ਹੀ ਚਾਂਸ ਹੁੰਦਾ ਹੈ ਵੀ ਉਹਦੇ 'ਤੇ ਕੋਈ ਰਿਵਿਊ ਹੋਵੇ, ਨਹੀਂ ਤਾਂ ਜ਼ਿਆਦਾਤਰ ਜਿਹੜੀ ਸੇਮ ਜਜਮੈਂਟ ਹੁੰਦੀ ਉਹ ਸੇਮ ਐਜ ਇਟ ਇਜ਼ ਰਿਪੀਟ ਹੁੰਦੀ ਹੈ। ਇਹਦੇ 'ਚ ਅਸੈਪਟ ਵੀ ਹੋਈ, ਜਜਮੈਂਟ ਚੇਂਜ ਵੀ ਹੋਈ, ਔਰ ਜਜਮੈਂਟ ਚੇਂਜ ਕਰਨ ਵਾਲੇ ਵੀ ਉਹੀ ਮਾਨਯੋਗ ਜਸਟਿਸ ਕੌਲ ਸਾਹਿਬ। ਲੋਕੀ ਤਾਂ ਚਰਚਾ ਇਸ ਗੱਲ ਦੀ ਵੀ ਕਰਦੇ ਆ ਕਿ ਫੈਸਲਾ ਵੀ ਉਹਨਾਂ ਦਿਨਾਂ 'ਚ ਸੁਣਾਇਆ ਗਿਆ ਜਦੋਂ ਦੂਜੇ ਦਿਨ ਹੀ ਛੁੱਟੀਆਂ ਸ਼ੁਰੂ ਹੋਣੀਆਂ। ਇਹੀ ਗੱਲ ਤੇ ਮੈਂ ਆਉਣਾ ਸੀਗਾ ਵੀ ਜਿੱਦਣ ਫੈਸਲਾ ਸੁਣਾਇਆ ਉਹ ਲਾਸਟ ਹੀ ਸੀਗਾ ਕੋਰਟ ਦਾ। ਅਸੀਂ ਜੇ ਕੋਈ ਲੀਗਲ ਰੈਮਡੀ ਲੈਣੀ ਹੈ ਉਹ ਲੈਣ ਸਾਡੇ ਹੱਥ ਬੰਨੇ ਗਏ। ਸਾਰੀਆਂ ਗੱਲਾਂ ਆਪਾਂ ਮੰਨ ਲੈਂਦੇ ਹਾਂ ਕਿ ਇੱਕ ਨੋਰਮਲ ਨਹੀਂ ਹੈ, ਸਾਜ਼ਿਸ਼ ਵੀ ਹੋ ਸਕਦੀ, ਤਾਂ ਫਿਰ ਸਾਜ਼ਿਸ਼ ਹੋ ਕਿਸ ਦੀ ਸਕਦੀ ਹੈ? ਸਜ਼ਾ ਸੁਣਾਉਣ ਤੋਂ ਲੈ ਕੇ ਸਰੈਂਡਰ ਕਰਨ ਤੱਕ ਤੁਸੀਂ ਉੱਥੇ ਰਹੇ ਹੋ, ਨਵਜੋਤ ਸਿੰਘ ਸਿੱਧੂ ਨਾਲ ਰਹੇ ਹੋ, ਤਾਂ ਕੀ ਲੱਗਦਾ ਸੀਗਾ, ਕਿਹੋ ਜਿਹਾ ਲਹਿਜਾ ਸੀ ਨਵਜੋਤ ਸਿੰਘ ਸਿੱਧੂ ਦਾ, ਕੀ ਸੋਚਦੇ ਸੀ ਨਵਜੋਤ ਸਿੰਘ ਸਿੱਧੂ, ਕੀ ਕਹਿ ਰਹੇ ਸੀ? ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਅੱਜ ਜੇਲ੍ਹ 'ਚ ਬੰਦ ਨਵਜੋਤ ਸਿੰਘ ਸਿੱਧੂ ਦੇ ਬਾਰੇ ਕਰਾਂਗੇ। ਜਦੋਂ ਤੋਂ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਜੇਲ੍ਹ ਗਏ ਨੇ ਉਦੋਂ ਤੋਂ ਹੀ ਚਰਚਾਵਾਂ ਨੇ ਕਿ ਜਿਸ ਕੇਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਭੇਜਿਆ ਗਿਆ ਉਹ ਕੇਸ ਨੋਰਮਲ ਨਹੀਂ ਹੈ। ਨੋਰਮਲ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਉਹ ਜੇਲ੍ਹ ਨਹੀਂ ਭੇਜਿਆ ਗਿਆ। ਅਜਿਹਾ ਕਿਉਂ ਕਿਹਾ ਜਾ ਰਿਹਾ? ਅਸੀਂ ਇਸ ਮਾਮਲੇ ਤੇ ਗੱਲਬਾਤ ਕਰਾਂਗੇ। ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਤੇ ਗੱਲਬਾਤ ਕਰਾਂਗੇ। ਗੱਲਬਾਤ ਕਾਂਗਰਸ ਪਾਰਟੀ ਦੀ ਰਾਜਨੀਤੀ ਦੇ ਬਾਰੇ, ਰਾਣਾ ਗੁਰਜੀਤ, ਬਰਿੰਦਰ ਢਿੱਲੋਂ ਤੇ ਗੱਲਬਾਤ ਨਾਲ ਦੀ ਨਾਲ ਸੁਖਜਿੰਦਰ ਸਿੰਘ ਰੰਧਾਵਾ ਦੇ ਬਾਰੇ ਵੀ ਕਰਾਂਗੇ। ਇਹਨਾਂ ਸਾਰੀਆਂ ਗੱਲਾਂ ਤੇ ਗੱਲਬਾਤ ਕਰਨ ਦੇ ਲਈ ਤੇ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਇਸ ਕੇਸ ਨੂੰ ਸਮਝਣ ਦੇ ਲਈ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਐਡਵੋਕੇਟ ਤੇ ਨਾਲ ਹੀ ਨਾਲ ਕਾਂਗਰਸੀ ਆਗੂ ਤੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਡੈਂਪੀ ਮਲਹੋਤਰਾ ਜੀ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਾ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਡੈਂਪੀ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ। ਡੈਂਪੀ ਜੀ, ਸਭ ਤੋਂ ਪਹਿਲਾਂ ਮੇਰਾ ਸਿੱਧਾ ਸਵਾਲ ਇਹੀ ਹੈ ਕਿ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜੇਲ੍ਹ ਭੇਜਿਆ ਗਿਆ, ਜਿਸ ਦਿਨ ਤੋਂ ਹੀ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਭੇਜਿਆ ਗਿਆ ਉਸੇ ਦਿਨ ਤੋਂ ਹੀ ਲੋਕ ਇਹ ਗੱਲਾਂ ਕਰ ਰਹੇ ਨੇ ਕਿ ਜਿਸ ਤਰੀਕੇ ਨਾਲ ਸਿੱਧੂ ਨੂੰ ਭੇਜਿਆ ਗਿਆ ਜੇਲ੍ਹ ਉਹ ਤਰੀਕਾ ਸਹੀ ਨਹੀਂ ਸੀ, ਇਸ ਤਰੀਕੇ ਦੇ ਨਾਲ ਨਹੀਂ ਸੀ ਭੇਜਿਆ ਜਾਣਾ ਚਾਹੀਦਾ। ਕਿਉਂਕਿ ਹੁਣ ਤੁਹਾਨੂੰ ਮੇਰਾ ਇਹ ਸਵਾਲ ਕਰਨ ਦਾ ਮਤਲਬ ਇਹ ਹੈ ਕਿਉਂਕਿ ਇੱਕ ਤਾਂ ਤੁਸੀਂ ਖਾਸ ਹੋ, ਨਵਜੋਤ ਸਿੰਘ ਸਿੱਧੂ ਦੇ ਲੰਬੇ ਸਮੇਂ ਤੋਂ ਨਾਲ ਵੀ ਰਹੇ ਹੋ, ਦੂਜਾ ਐਡਵੋਕੇਟ ਹੋ, ਕਾਨੂੰਨੀ ਪੇਚਾਂ ਨੂੰ ਚੰਗੀ ਤਰੀਕੇ ਦੇ ਨਾਲ ਸਮਝਦੇ ਹੋ। ਐਜ਼ ਆ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਤੇ ਵਕੀਲ ਤੁਸੀਂ ਕਿਵੇਂ ਸਮਝਦੇ ਹੋ ਇਸ ਪੂਰੇ ਕੇਸ ਨੂੰ ਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਭੇਜਿਆ ਗਿਆ ਕਿ ਵਾਕਈ ਉਹ ਸਿਸਟਮ ਸਹੀ ਹੈ? ਦੇਖੋ, ਕੁਝ ਲੀਗਲ ਗੱਲਾਂ ਇਹਦੇ 'ਚ ਮਾਇਨੇ ਰੱਖਦੀਆਂ, ਕੁਝ ਹਾਲਾਤ ਉਦੋਂ ਦੇ ਤੇ ਹੁੰਦੇ। ਜਦੋਂ ਸਿੱਧੂ ਸਾਹਿਬ ਤੋਂ ਇਹ ਇਨਸੀਡੈਂਟ ਹੋਇਆ, ਮਿਸਹੈਪਨਿੰਗ ਹੋਈ, ਜਿਵੇਂ ਕਿ FIR ਆ ਉਹਦੇ 'ਚ ਟ੍ਰਾਇਲ ਦੇ ਵਿੱਚ ਜੋ ਗੱਲਾਂ ਨੇ, ਉਦੋਂ 23 ਸਾਲ ਉਮਰ ਸੀ ਉਹਨਾਂ ਦੀ। ਅਤੇ 2006 ਦੇ ਵਿੱਚ ਸਿੱਧੂ ਸਾਹਿਬ ਸੁਪਰੀਮ ਕੋਰਟ ਤੋਂ 1000 ਰੁਪਇਆ ਉਹਨਾਂ ਨੂੰ ਫਾਈਨ ਹੋਇਆ। ਇੰਪਰੀਜ਼ਮੈਂਟ ਕੋਈ ਨਹੀਂ ਹੋਈ। 323 ਦੇ ਵਿੱਚ 304 ਜਿਹੜਾ ਕਲਪੇਬਲ ਹੋਮਿਸਾਈਡ ਉਹ ਖਤਮ ਹੋਇਆ। ਜਦੋਂ ਇਹ ਕੇਸ, ਮਾਫ ਕਰਨਾ ਮੈਂ ਟੋਕ ਰਿਹਾ, ਜਦੋਂ ਇਹ ਕੇਸ ਰਜਿਸਟਰਡ ਹੋਇਆ ਉਦੋਂ ਕਿਹੜੀ ਧਾਰਾ ਲੱਗੀ ਸੀ ਤੇ ਉਸ ਤੋਂ ਬਾਅਦ ਕਿਵੇਂ ਟੁੱਟੀ ਗਈ? ਉਦੋਂ 304 ਲੱਗੀ ਕਲਪੇਬਲ ਹੋਮਿਸਾਈਡ, 34 ਲੱਗੀ ਕਾਮਨ ਇੰਟੈਂਸ਼ਨ, ਤੇ ਸੈਕਸ਼ਨ 323 ਲੱਗਿਆ ਵੀ ਜਿਹੜਾ ਉਹਨਾਂ ਨੇ ਵਕੀਲ ਨੇ ਦੱਸਿਆ ਵੀ ਮੁੱਕਾ ਮਾਰ ਕੇ ਡੈਥ ਹੋਈ, ਕੋਈ ਮੇਜਰ ਇੰਜਰੀ ਨਹੀਂ ਸੀਗੀ। ਤੇ ਉਹਦੇ 'ਚ ਕੀ ਸੀਗਾ ਵੀ ਉਦੋਂ ਟ੍ਰਾਇਲ ਚੱਲੇ ਤੇ ਇਹ ਸਾਹਮਣੇ ਆਇਆ ਵੀ ਜਿਹੜੀ ਡੈਥ ਉਹਨਾਂ ਦੀ ਹੋਈ ਹੈ ਉਹ ਪੰਚ ਦੇ ਨਾਲ ਨਹੀਂ ਹੋਈ। ਮੈਡੀਕਲ ਰਿਪੋਰਟਸ ਤੋਂ ਇਹ ਪਤਾ ਲੱਗਿਆ ਵੀ ਉਹਨਾਂ ਨੂੰ ਪਹਿਲਾਂ ਹੀ ਕੁਝ ਸੀਵੀਅਰ ਪ੍ਰੋਬਲਮ ਸੀਗੀਆਂ,
ਕੋਈ ਬ੍ਰੇਨ ਹੈਮਰੇਜ ਜਾਂ ਕੋਈ ਹਾਰਟ ਦੀ ਪ੍ਰੋਬਲਮ ਸੀਗੀਆਂ ਜਿਨ੍ਹਾਂ ਦੀ ਡੈਥ ਹੋਈ, ਉਦੋਂ ਉਹਨਾਂ ਦੀ ਉਮਰ ਸੀਗੀ ਤਕਰੀਬਨ 50 ਸਾਲ। ਲੇਕਿਨ ਜਿਹੜੀ ਜੁਡੀਸ਼ਰੀ ਇਹਦਾ ਜਜਮੈਂਟ ਆਈ ਹੈ ਇਹਦੇ 'ਚ ਉਮਰ 65 ਸਾਲ ਹੈ। ਸਾਨੂੰ ਇਹ ਨਹੀਂ ਸਮਝ ਆਈ ਵੀ ਇਹਦੀ ਉਮਰ ਜਿਹੜਾ ਮਰਨ ਵਾਲੇ ਦੀ 65 ਸਾਲ ਕਿਉਂ ਲਿਖੀ ਉਹਦੇ 'ਚ, ਲੇਕਿਨ ਉਮਰ ਉਹਨਾਂ ਦੀ 50 ਸਾਲ ਸੀ ਉਦੋਂ ਜਦੋਂ ਡੈਥ ਹੋਈ ਉਹਨਾਂ ਦੀ। ਹਾਂਜੀ 34 ਸਾਲ ਪਹਿਲਾਂ ਦੀ ਗੱਲ ਹੈ। 34 ਸਾਲ ਪਹਿਲਾਂ ਦੀ ਮੈਂ ਗੱਲ ਕਰਦਾ, 35 ਸਾਲ ਉਦੋਂ ਸਿੱਧੂ ਸਾਹਿਬ ਦੀ 23 ਸਾਲ ਉਮਰ ਸੀ, ਹੁਣ 56 ਸਾਲ ਉਮਰ ਹੈ ਉਹਨਾਂ ਦੀ। ਤੇ ਉਦੋਂ ਮਾਨਯੋਗ ਹਾਈ ਕੋਰਟ ਨੇ ਪਹਿਲਾਂ ਸਿੱਧੂ ਸਾਹਿਬ ਨੂੰ 3 ਸਾਲ ਦੀ ਸਜ਼ਾ ਸੁਣਾਈ। ਸਿੱਧੂ ਸਾਹਿਬ ਸੁਪਰੀਮ ਕੋਰਟ ਗਏ ਅਪੀਲ ਲੈ ਕੇ, ਉੱਥੇ ਸਿੱਧੂ ਸਾਹਿਬ ਨੂੰ 1000 ਰੁਪਇਆ ਜੁਰਮਾਨਾ ਪਾਇਆ ਤੇ ਸਜ਼ਾ ਉਹਨਾਂ ਦੀ ਜਿਹੜੀ ਹੈ ਸੈਂਟੈਂਸ ਹੋਲਡ ਕਰਤਾ ਜਿਹੜਾ ਹਾਈ ਕੋਰਟ ਚੋਂ ਮਿਲਿਆ ਸੀਗਾ। ਫਿਰ ਸਿੱਧੂ ਸਾਹਿਬ ਨੂੰ ਤੁਹਾਨੂੰ ਯਾਦ ਹੋਣਾ ਹੈ ਕਿ ਰੈਜਿਗਨੇਸ਼ਨ ਦੇ ਕੇ ਲੋਕ ਸਭਾ ਚੋਂ ਆਏ ਸੀ ਤੇ ਉਸ ਤੋਂ ਦੁਬਾਰਾ ਫਿਰ ਲੋਕ ਸਭਾ ਇਲੈਕਸ਼ਨ ਲੜਿਆ ਤੇ MP ਬਣੇ। ਤੇ ਹੁਣ ਜਦੋਂ ਉਸ ਤੋਂ ਬਾਅਦ ਹੀ ਫੈਮਿਲੀ ਨੇ ਰਿਵਿਊ ਪਟੀਸ਼ਨ ਪਾਤੀ ਸੀ ਸੁਪਰੀਮ ਕੋਰਟ ਦੇ ਫੈਸਲੇ ਤੇ ਦੁਬਾਰਾ ਰਿਵਿਊ ਪਟੀਸ਼ਨ ਪਾਈ। ਇਹਦੇ ਕੀ ਲੀਗਲ ਕੁੰਡੀਆਂ ਕੀ ਹੁੰਦੀਆਂ ਨੇ ਵੀ ਅਪੀਲ ਕਦੀ ਵੀ ਖੁੱਲ ਸਕਦੀ ਹੈ, 10 ਸਾਲ ਨਾਲ ਖੁੱਲੇ 20 ਸਾਲ ਨਾਲ ਖੁੱਲੇ। ਉਹ ਦੇਖਣ ਵਾਲੀ ਗੱਲ ਹੈ ਵੀ ਇਲੈਕਸ਼ਨਾਂ ਤੋਂ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਇਹ ਅਪੀਲ ਖੁੱਲੀ ਤੇ ਫੈਸਲਾ ਹੋਣਾ ਹੁੰਦਾ ਉਹਦਾ। ਤੇ ਵੇਖਣ ਵਾਲੀ ਗੱਲ ਹੈ ਵੀ ਮਾਨਯੋਗ ਜੱਜ ਉਹੀ ਨੇ ਜਸਟਿਸ ਕੌਲ ਸਾਹਿਬ ਜਿਨ੍ਹਾਂ ਨੇ ਸਿੱਧੂ ਸਾਹਿਬ ਨੂੰ ਬਰੀ ਕੀਤਾ ਸੀ 1000 ਰੁਪਏ, ਉਹੀ ਜੱਜ ਨੇ ਹੁਣ ਸਜ਼ਾ ਸੁਣਾਈ। ਹੁਣ ਡਬਲ ਬੈਂਚ ਸੀਗਾ, ਉਦੋਂ ਸਿੰਗਲ ਬੈਂਚ ਜੱਜ ਸਾਹਿਬ ਨੇ ਸਿੱਧੂ ਸਾਹਿਬ ਨੂੰ। ਅਸਲ ਦੇ ਵਿੱਚ ਜਦੋਂ ਇਹ ਸਜ਼ਾ ਸੁਣਾਈ ਗਈ ਆ ਉਦੋਂ ਕਿਸ ਧਾਰਾ ਦੇ ਤਹਿਤ ਜਿਹੜੀ ਸੁਣਾਈ ਗਈ? ਹੁਣ ਇਹ 323 ਸੈਕਸ਼ਨ ਜਿਹੜਾ ਬੇਸਿਕ ਜਿਹਾ ਜਦੋਂ ਮਾਮਲਾ ਰਜਿਸਟਰਡ ਹੋਇਆ ਉਦੋਂ 304 ਸੀ ਤੇ ਹੁਣ ਜਿਹੜੀ ਸਜ਼ਾ ਸੁਣਾਈ ਗਈ ਚਲਦੇ ਚਲਦੇ ਟ੍ਰਾਇਲ ਚੱਲਿਆ, ਟੁੱਟਦੀ ਗਈ ਸੈਕਸ਼ਨ ਟੁੱਟਦੇ ਕੇ ਪ੍ਰੂਫ ਹੁੰਦਾ ਰਿਹਾ ਵੀ ਮੈਂਸਰੀਆ ਨਹੀਂ ਸੀ। ਮੈਂਸਰੀਆ ਦਾ ਮਤਲਬ ਸਿੱਧੂ ਸਾਹਿਬ ਦਾ ਇੰਟੈਂਟ ਨਹੀਂ ਸੀ ਉਹਨੂੰ ਮਾਰਨ ਦਾ, ਜਿਵੇਂ ਕਿ ਲਿਖਾਇਆ ਉਹਨਾਂ ਨੇ ਮਾਰਿਆ ਨਹੀਂ ਮਾਰਿਆ ਗੱਲਾਂ ਬਾਅਦ ਦੀਆਂ। ਹੁਣ 323 ਇੱਕ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਸਮਝਾਓ ਕਿ 323 ਕਿਸ ਮਾਮਲੇ ਦੇ ਵਿੱਚ ਲੱਗਦੀ ਹੈ ਤੇ ਉਹ ਪਹਿਲਾਂ ਤਾਂ ਦੱਸ ਦਿਓ ਫਿਰ ਆਪਾਂ ਅੱਗੇ ਗੱਲ ਕਰਦੇ। 323 ਹੁੰਦੀ ਜਿਵੇਂ ਕਿਸੇ ਨੂੰ ਥੱਪੜ ਮਾਰ ਦਈਏ, ਮੁੱਕਾ ਮਾਰ ਦਈਏ, ਕੋਈ ਇੰਜਰੀ ਨਾ ਹੋਵੇ, ਉਸ ਚੀਜ਼ ਦੀ ਲੱਗਦੀ। ਤੇ ਜਿਵੇਂ offense ਚੱਲੇ ਸਾਰੇ ਬਾਕੀ ਸੈਕਸ਼ਨ ਟੁੱਟ ਗਏ। 323 ਦਾ ਮਤਲਬ ਹੈ ਜੇ ਸਿੱਧੂ ਸਾਹਿਬ ਘਰੋਂ ਨਿਕਲੇ ਆ, ਕਿਸੇ ਨੂੰ ਮਾਰਨ ਨਹੀਂ ਨਿਕਲੇ ਸੀ, ਰਸਤੇ 'ਚ ਕੁਝ ਹੋਇਆ ਜੋ ਲਿਖਾਇਆ ਗਿਆ ਉਹਦੇ 'ਚ ਉਹਦੀ ਗੱਲ ਕਰਦਾ। ਹੋ ਸਕਦਾ ਉਹਨਾਂ ਨੇ ਮਾਰਿਆ ਹੀ ਨਾ ਹੋਵੇ ਜਾਂ ਹੋ ਸਕਦਾ ਮਾਰਿਆ ਹੋਵੇ, ਕੁਝ ਵੀ ਹੋ ਸਕਦਾ, ਪਰ ਮੈਂ ਕਾਨੂੰਨੀ ਗੱਲ ਕਰਦਾ ਜੋ ਬਿਆਨ ਹੈ ਵਿਟਨੈਸ ਤੇ ਉਹ ਇਹ ਹੈ ਵੀ ਉਹਨਾਂ ਨੇ ਮਾਰਿਆ ਪਰ ਉਹਦੇ 'ਚ ਮੈਂਸਰੀਆ ਨਹੀਂ ਸੀ, ਮਤਲਬ ਕਿ ਸਿੱਧੂ ਸਾਹਿਬ ਦਾ ਇੰਟੈਂਟ ਨਹੀਂ ਸੀ, ਮੋਟਿਵ ਨਹੀਂ ਸੀ ਮਾਰਨਾ ਜਿਵੇਂ ਲਿਖਾਇਆ ਉਹਨਾਂ ਨੇ। ਤੇ ਉਹ ਪ੍ਰੂਵ ਹੋਇਆ। ਮਾਨਯੋਗ ਅਦਾਲਤ ਨੇ ਅੱਜ ਵੀ ਜਿਹੜਾ ਸਜ਼ਾ ਸੁਣਾਈ ਹੈ ਇਹ ਵੀ ਸੈਕਸ਼ਨ 323 ਦੇ ਵਿੱਚ ਸੁਣਾਈ ਗਈ ਹੈ। ਮਤਲਬ ਕਿ 323 ਦੀ ਮੈਕਸਿਮਮ ਸਜ਼ਾ ਹੈ 1 ਸਾਲ ਤੱਕ, ਜ਼ਿਆਦਾ ਤੋਂ ਜ਼ਿਆਦਾ ਮੈਕਸਿਮਮ 1 ਸਾਲ ਤੱਕ। ਜੱਜ ਸਾਹਿਬ ਭਾਵੇਂ 10 ਦਿਨ ਦਾ ਦੇ ਦੇਣ, ਭਾਵੇਂ ਸਾਲ ਦਾ ਦੇ ਦੇਣ। ਤੇ ਜੁਰਮਾਨਾ ਹੈ ਮੈਕਸਿਮਮ 1000 ਰੁਪਇਆ, ਉਦੋਂ 1000 ਰੁਪਇਆ ਸੁਣਾਇਆ ਸੀ। ਹੁਣ ਮੈਕਸਿਮਮ ਸਜ਼ਾ ਜਿਹੜੀ ਉਸੇ ਮਾਨਯੋਗ ਕੋਰਟ ਨੇ ਸਿੱਧੂ ਸਾਹਿਬ ਨੂੰ 1 ਸਾਲ ਦੀ ਸੁਣਾਈ। ਤੇ ਹੈਰਾਨਗੀ ਇਸ ਗੱਲ ਦੀ ਹੈ ਵੀ 2 ਮਹੀਨੇ ਪਹਿਲਾਂ ਇਲੈਕਸ਼ਨਾਂ ਤੋਂ ਹੁੰਦੀ ਹੈ, ਜੇ ਸਿੱਧੂ ਸਾਹਿਬ ਮੁੱਖ ਮੰਤਰੀ ਬਣਦੇ ਤਾਂ ਉਹਨਾਂ ਨੂੰ ਅੱਜ ਰਿਜ਼ਾਈਨ ਦੇਣਾ ਪੈਂਦਾ। ਉਹਨੂੰ ਤੁਹਾਨੂੰ ਪਤਾ ਹੈ ਸਭ। ਮੈਂ ਉਹੀ ਗੱਲ ਸਮਝਣਾ ਚਾਹੁੰਦਾ ਸੀਗਾ ਕਿ ਅਜਿਹਾ ਕਿਉਂ? ਕਿਉਂਕਿ ਇੱਕ ਫੈਸਲਾ ਆ ਜਾਂਦਾ ਹੈ ਕਿ ਸਿਰਫ ਇੱਕ ਜੁਰਮਾਨਾ ਕਰਕੇ ਸਿੱਧੂ ਸਾਹਿਬ ਨੂੰ ਛੱਡ ਦਿੱਤਾ ਜਾਂਦਾ ਹੈ, ਤਾਂ ਫਿਰ ਅਚਾਨਕ ਫੈਸਲਾ ਆ ਜਾਂਦਾ ਹੈ ਇੰਨੇ ਸਾਲਾਂ ਬਾਅਦ ਕਿ ਮੈਕਸਿਮਮ ਸਜ਼ਾ, ਜ਼ਿਆਦਾ ਤੋਂ ਜ਼ਿਆਦਾ ਸਜ਼ਾ ਤੇ ਵਿਦ ਜੁਰਮਾਨਾ ਵੀ ਮੇਰੇ ਖਿਆਲ 'ਚ ਹੈਗਾ। ਅਜਿਹਾ ਕਿਉਂ? ਅਚਾਨਕ ਅਜਿਹਾ ਕੀ ਵਾਪਰ ਗਿਆ? ਦੇਖੋ ਕੁਝ ਗੱਲਾਂ ਬਤੌਰ ਵਕੀਲ ਵੀ ਜਾਂ ਕਾਮਨ ਸਿਟੀਜ਼ਨ ਵੀ ਆਪਾਂ ਤੁਸੀਂ ਵੀ ਮੈਨੂੰ ਬੋਲ ਨਹੀਂ ਸਕਦੇ ਪਰ ਸਮਝ ਸਕਦੇ ਹੁੰਦੇ ਆ, ਕਿਉਂਕਿ ਉਹ ਗੱਲਾਂ ਮਾਨਯੋਗ ਅਦਾਲਤ ਕੋਲ ਪਾਵਰ ਹੈ, ਕਰ ਵੀ ਸਕਦੇ ਆ। ਲੇਕਿਨ ਕਿਉਂਕਿ ਤੁਸੀਂ ਇਸ ਗੱਲ ਸਮਝਣ ਦੀ ਲੋੜ ਹੈ, ਲੀਗਲ ਐਕਸਪਰਟ ਇਸ ਚੀਜ਼ ਨੂੰ ਸਮਝਦੇ ਹੋਣਗੇ ਵਕੀਲ ਵੀ ਜਿਹੜਾ ਰਿਵਿਊ ਪਟੀਸ਼ਨ ਹੈ ਨਾ ਉਹ 100% ਚੋਂ 1% ਹੀ ਅਸੈਪਟ ਹੁੰਦੀ ਹੈ। ਜਦੋਂ ਅਸੈਪਟ ਹੋ ਜੇ ਉਸ ਤੋਂ ਬਾਅਦ 1% ਹੀ ਚਾਂਸ ਹੁੰਦਾ ਹੈ ਵੀ ਉਹਦੇ ਤੇ ਕੋਈ ਰਿਵਿਊ ਹੋਵੇ, ਨਹੀਂ ਤਾਂ ਜ਼ਿਆਦਾਤਰ ਜਿਹੜੀ ਸੇਮ ਜਜਮੈਂਟ ਹੁੰਦੀ ਉਹ ਸੇਮ ਐਜ ਇਟ ਇਜ਼ ਰਿਪੀਟ ਹੁੰਦੀ ਹੈ। ਅੱਛਾ, ਇਹਦੇ 'ਚ ਅਸੈਪਟ ਵੀ ਹੋਈ ਤੇ ਜਜਮੈਂਟ ਚੇਂਜ ਵੀ ਹੋਈ, ਔਰ ਜਜਮੈਂਟ ਚੇਂਜ ਕਰਨ ਵਾਲੇ ਵੀ ਉਹੀ ਮਾਨਯੋਗ ਜਸਟਿਸ ਕੌਲ ਸਾਹਿਬ ਸੀਗੇ ਤੇ ਨਾਲ ਇੱਕ ਹੋਰ ਜੱਜ ਸਾਹਿਬ ਸੀਗੇ। ਹੈਰਾਨਗੀ ਇਸ ਗੱਲ ਦੀ ਹੈ ਵਕੀਲ। ਲੋਕੀ ਤਾਂ ਚਰਚਾ ਇਸ ਗੱਲ ਦੀ ਵੀ ਕਰਦੇ ਆ ਕਿ ਫੈਸਲਾ ਵੀ ਉਹਨਾਂ ਦਿਨਾਂ 'ਚ ਸੁਣਾਇਆ ਗਿਆ ਜਦੋਂ ਦੂਜੇ ਦਿਨ ਹੀ ਛੁੱਟੀਆਂ ਸ਼ੁਰੂ ਹੋਣੀਆਂ ਸੀ। ਇਹੀ ਗੱਲ ਤੇ ਮੈਂ ਆਉਣਾ ਸੀਗਾ ਵੀ ਜਿੱਦਣ ਫੈਸਲਾ ਸੁਣਾਇਆ ਉਹ ਲਾਸਟ ਡੇ ਸੀਗਾ ਕੋਰਟ ਦਾ। ਅਸੀਂ ਜੇ ਕੋਈ ਲੀਗਲ ਰੈਮੇਡੀ ਲੈਣੀ ਹੈ ਉਹ ਲੈਣ ਸਾਡੇ ਹੱਥ ਬੰਨੇ ਗਏ ਉਸ ਚੀਜ਼ ਤੋਂ। ਅੱਛਾ, ਚਲੋ ਆਪਾਂ ਸਾਰੀਆਂ ਗੱਲਾਂ ਬਾਤਾਂ ਮੰਨ ਲੈਂਦੇ ਹਾਂ ਕਿ ਇੱਕ ਨਾਰਮਲ ਨਹੀਂ ਹੈ, ਸਾਜ਼ਿਸ਼ ਵੀ ਹੋ ਸਕਦੀ, ਤਾਂ ਫਿਰ ਸਾਜ਼ਿਸ਼ ਹੋ ਕਿਸ ਦੀ ਸਕਦੀ ਹੈ? ਸਾਜ਼ਿਸ਼ ਹੁਣ ਕਹਿ ਸਕਦੇ ਹਾਂ, ਹੁਣ ਸੁਪਰੀਮ ਕੋਰਟ ਤੇ ਤਾਂ ਹੁਣ ਆਪਾਂ ਕੀ ਉਂਗਲ ਚੱਕ ਸਕਦੇ ਹਾਂ, ਪਰ ਜੋ ਲੋਕ ਸਮਝਦੇ ਆ ਮਤਲਬ ਤਾਂ ਸਹੀ ਗੱਲ ਸਮਝ ਰਹੇ ਨੇ। ਕਿਉਂਕਿ ਤੁਸੀਂ ਵਕੀਲ ਹੋ, ਪਰ ਤੁਸੀਂ ਜੇ ਆਪਾਂ ਦੇਖੀਏ ਪੁਰਾਣੇ ਸਮੇਂ ਦੇ ਵਿੱਚ ਕੁਝ ਵਕੀਲਾਂ ਨੇ ਰੋ ਕੇ ਪ੍ਰੈਸ ਕਾਨਫਰੰਸਿਸ ਵੀ ਕੀਤੀਆਂ ਸੀਗੀਆਂ ਕਿ ਕਿਸ ਤਰੀਕੇ ਦੇ ਨਾਲ ਘਾਣ ਕੀਤਾ ਜਾ ਰਿਹਾ ਹੈ ਜੁਡੀਸ਼ੀਅਲ ਦੇ ਵਿੱਚ, ਤਾਂ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਵਾਕਈ ਇਸ ਮਾਮਲੇ ਦੇ ਵਿੱਚ ਵੀ ਉਹ ਜਿਹਾ ਕੁਝ ਹੋ ਸਕਦਾ ਹੈ? ਦੇਖੋ ਇਹ ਚੀਜ਼ ਤਾਂ ਹਰ ਜਗ੍ਹਾ ਤੇ ਹੈ,
ਜੋ ਅੱਜ ਦੀ ਸਰਕਾਰ ਹੈ ਇਹ ਹਰ ਇੱਕ ਇੰਸਟੀਟਿਊਸ਼ਨ ਨੂੰ ਇਸ ਤਰੀਕੇ ਨਾਲ ਆਪਦੇ ਹਿਸਾਬ ਨਾਲ ਚਲਾਉਣਾ ਤਾਂ ਚਾਹੁੰਦੀ ਹੈ, ਲੇਕਿਨ ਆਪਾਂ ਜੇ ਇੱਕ ਬੰਦਾ ਜੇ ਜਾਂ ਇੱਕ ਕੋਰਟ ਗਲਤ ਹੈ ਤਾਂ ਇਹ ਨਹੀਂ ਵੀ ਸਾਰੀਆਂ ਹੀ ਐਵੇਂ। ਹੁਣ ਇਹ ਕਿਹੜੀ ਗਲਤ ਹੈ ਕਿਹੜੀ ਸਹੀ ਹੈ ਲੋਕ ਸਮਝਣ ਇਸ ਚੀਜ਼ ਨੂੰ। ਹੁਣ ਅੱਗੇ ਕੀ ਰਾਹ ਹੈਗਾ? ਅੱਗੇ ਰਾਹ ਤਾਂ ਇਹੀ ਹੈ ਵੀ ਹੁਣ ਸਿੱਧੂ ਸਾਹਿਬ ਨੂੰ ਸਵੀਕਾਰ ਹੈ ਸਭ ਕੁਝ ਜੋ ਹੈ ਉਹ ਆਪਦਾ ਉਸੇ ਦਿਨ ਹੀ ਚੜ੍ਹਦੀ ਕਲਾ 'ਚ ਗਏ। ਹੁਣ ਸਜ਼ਾ ਫਿਰ ਕੱਟ ਕੇ ਆਉਣਗੇ ਜਾਂ ਕਿੱਦਾਂ? ਅੱਛਾ, ਮੈਂ ਇੱਕ ਗੱਲ ਹੋਰ ਤੁਹਾਡੇ ਤੋਂ ਸਮਝਣਾ ਚਾਹੂੰਗਾ ਕਿ ਮੈਂ ਦੇਖਿਆ, ਮੈਂ ਵੀ ਉੱਥੇ ਮੌਜੂਦ ਸੀਗਾ ਤਾਂ ਤੁਸੀਂ ਵੀ ਉੱਥੇ ਮੌਜੂਦ ਸੀ ਜਦੋਂ ਜਿਸ ਦਿਨ ਸਿੱਧੂ ਸਾਹਿਬ ਨੇ ਸਰੈਂਡਰ ਕਰਨਾ ਸੀਗਾ। ਕੀ ਸਿੱਧੂ ਸਾਹਿਬ ਦਾ ਕਹਿਣਾ ਸੀ, ਕੀ ਸਿੱਧੂ ਸਾਹਿਬ ਦਾ ਲਹਿਜਾ ਸੀ, ਕੀ ਸਿੱਧੂ ਸਾਹਿਬ ਵਾਕਈ ਸ਼ੌਕ ਹੋਏ? ਕਿਉਂਕਿ ਜਦੋਂ ਫੈਸਲਾ ਹੋਇਆ ਉਦੋਂ ਕੁਝ ਕੁ ਮਿੰਟ ਪਹਿਲਾਂ ਮੈਂ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਮਿਲਿਆ ਸੀਗਾ ਤਾਂ ਸਾਡੀ ਇੰਟਰਵਿਊ ਵੀ ਸੀਗੀ, ਤਾਂ ਵਿੱਚ ਹੀ ਜਦੋਂ ਸਜ਼ਾ ਆ ਗਈ ਤਾਂ ਇੰਟਰਵਿਊ ਚਲੋ ਫਿਰ ਤਾਂ ਹੋਣੀ ਕੀ ਸੀ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ। ਫਿਰ ਉਸ ਤੋਂ ਬਾਅਦ ਜਦੋਂ ਤੱਕ ਸਿੱਧੂ ਸਾਹਿਬ ਸਰੈਂਡਰ ਕਰਨ ਗਏ ਉਦੋਂ ਸਜ਼ਾ ਸੁਣਾਉਣ ਤੋਂ ਲੈ ਕੇ ਸਰੈਂਡਰ ਕਰਨ ਤੱਕ ਤੁਸੀਂ ਉੱਥੇ ਰਹੇ ਹੋ, ਨਵਜੋਤ ਸਿੰਘ ਸਿੱਧੂ ਨਾਲ ਰਹੇ ਹੋ, ਤਾਂ ਕੀ ਲੱਗਦਾ ਸੀਗਾ, ਕਿਹੋ ਜਿਹਾ ਲਹਿਜਾ ਸੀ ਨਵਜੋਤ ਸਿੰਘ ਸਿੱਧੂ ਦਾ, ਕੀ ਸੋਚਦੇ ਸੀ ਨਵਜੋਤ ਸਿੰਘ ਸਿੱਧੂ, ਕੀ ਕਹਿ ਰਹੇ ਸੀ? ਦੇਖੋ 19 ਤਰੀਕ ਨੂੰ ਮਾਨਯੋਗ ਅਦਾਲਤ ਦਾ ਇਹ ਅਪੈਕਸ ਕੋਰਟ ਦਾ ਆਇਆ ਹੈ ਜਜਮੈਂਟ, ਆਪਣੇ ਜਿਹੜੀ ਇੰਪੀਚਮੈਂਟ ਸੁਣਾਈ ਹੈ ਸਿੱਧੂ ਸਾਹਿਬ ਨੂੰ। ਉਹਨਾਂ ਨੇ ਅੰਮ੍ਰਿਤਸਰ ਜਾਣਾ ਸੀਗਾ, ਉਹ ਰਸਤੇ 'ਚੋਂ ਹੀ ਵਾਪਸ ਮੁੜ ਕੇ ਆ ਗਏ ਪਟਿਆਲੇ। ਕੱਪੜੇ ਉਹਨਾਂ ਨਾਲ ਹੀ ਸੀ, ਉਹ ਪ੍ਰੀ ਪਲਾਨ ਸੀ। ਉਹ ਸਿੱਧੂ ਸਾਹਿਬ ਬੜੇ ਸਿਆਣੇ ਨੇ, ਲਾਅ ਕੀਤੀ ਹੋਈ ਉਹਨਾਂ ਨੇ ਵੀ, ਉਹ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝਦੇ ਆ। ਉਦੋਂ ਹੀ ਉਹਨਾਂ ਦੀ ਇੰਟੈਂਸ਼ਨ ਸੀ ਕਿ ਵੀ ਹਾਂ ਮੈਂ ਕੁਝ ਵੀ ਹੋ ਸਕਦਾ ਅਤੇ ਮੈਂ ਸਰੈਂਡਰ ਹੋਊਗਾ ਤਾਂ ਮੈਂ ਉਸ ਚੀਜ਼ ਨੂੰ ਫੋਲੋ ਕਰੂੰਗਾ। ਅਤੇ 20 ਤਰੀਕ ਨੂੰ ਤੁਹਾਨੂੰ ਪਤਾ ਵੀ ਉਹਨਾਂ ਨੇ ਸਰੈਂਡਰ ਕੀਤਾ। ਉਹ ਇੱਕੋ ਉਹਨਾਂ ਨੇ ਜਿਹੜਾ ਸਾਨੂੰ ਸੁਨੇਹਾ ਲਾਇਆ, ਸਾਰੇ ਉਹਨਾਂ ਦੇ ਸਾਥੀ ਵੀ ਸੀਗੀ, ਪੋਲੀਟੀਕਲ ਕਲੀਗਸ ਵੀ ਅਤੇ ਹੋਰ, ਤੇ ਵੀ ਤੁਸੀਂ ਸਾਰੇ ਜਾਣੇ ਚੜ੍ਹਦੀ ਕਲਾ 'ਚ ਰਹੋ, ਮੇਰਾ ਜਿਹੜਾ ਕੰਮ ਮੈਂ ਕਰ ਰਿਹਾ, ਜੇ ਤਾਂ ਸਰਕਾਰਾਂ ਚੰਗੀਆਂ ਕੰਮ ਕਰਦੀਆਂ ਤਾਂ ਉਹਨਾਂ ਦੀ ਜੈ ਜੈਕਾਰ ਕਰੋ, ਨਹੀਂ ਤਾਂ ਵਿਰੋਧ ਕਰੋ ਉਸ ਚੀਜ਼ ਦਾ, ਲੋਕਾਂ ਦੇ ਨਾਲ ਖੜੋ। ਅਤੇ ਮੈਂ ਸਵੇਰ ਤੋਂ ਲੈ ਕੇ ਦੁਪਹਿਰੇ ਜਦੋਂ ਸਰੈਂਡਰ ਕਰਨਾ ਸੀਗਾ ਮਾਨਯੋਗ ਅਦਾਲਤ ਦੇ ਵਿੱਚ ਗਿਆ, ਅਤੇ ਉਸ ਤੋਂ ਬਾਅਦ MLR ਕਰਾਈ। ਉੱਥੇ ਘੰਟਾ 2 ਘੰਟੇ ਲੱਗੇ ਜਦੋਂ ਸਿੱਧੂ ਸਾਹਿਬ ਨੂੰ, ਕਿਉਂਕਿ ਕਾਫੀ ਦਿੱਕਤ ਹੈ, ਇੱਕ ਤਾਂ ਲੀਵਰ ਦੀ, ਇੱਕ ਪੈਰ ਦੇ ਵਿੱਚ ਉਹਨਾਂ ਦੀ ਦਿੱਕਤ ਹੈ, ਕਲੋਟ ਬਣ ਜਾਂਦਾ, ਉਹ ਕੱਪੜਾ ਬੰਨ੍ਹ ਕੇ ਰੱਖਦੇ ਕੋਈ ਉਸ ਟਾਈਪ ਦਾ। ਅਤੇ ਸਿੱਧੂ ਸਾਹਿਬ ਪੂਰੀ ਚੜ੍ਹਦੀ ਕਲਾ ਸੀਗੇ, ਸਾਨੂੰ ਪੂਰਾ ਸੁਨੇਹਾ ਲਾ ਕੇ ਗਏ, ਸਗੋਂ ਮੈਨੂੰ ਕਹਿਣ ਲੱਗੇ ਵੀ ਮੈਂ ਮੂੰਹ ਵੇਖ ਕੇ ਵੀ ਤੂੰ ਉਦਾਸ ਨਹੀਂ ਹੋਣਾ, ਸਾਰੇ ਤੁਸੀਂ ਉੱਦਾਂ ਹੀ ਕੰਮ ਕਰੋ। ਵੀ ਹੁਣ ਅੱਗੇ ਦੇਖੋ ਕੀ। ਵੈਸੇ ਤਾਂ ਮਨੋਬਲ ਤਾਂ ਅੱਜ ਵੀ ਨਵਜੋਤ ਸਿੰਘ ਸਿੱਧੂ ਦਾ ਠੀਕ ਸੀ, ਅੱਜ ਵੀ ਮੈਂ ਮਿਲਿਆ ਜਦੋਂ ਅਸੀਂ ਕਵਰੇਜ ਕਰਨ ਗਏ ਸੀਗੇ। ਤਾਂ ਹੁਣ ਅੱਗੇ ਕੀ ਲੱਗਦਾ ਕਿ ਸਜ਼ਾ ਕੱਟ ਕੇ ਆਉਣਗੇ ਜਾਂ ਅੱਗੇ ਪਟੀਸ਼ਨ ਪਾਈ ਜਾਊਗੀ ਜਾਂ ਕੀ ਸਟ੍ਰੈਟਜੀ ਜਿਹੜੀ ਹੋ ਸਕਦੀ? ਦੇਖੋ ਕਈ ਤਰ੍ਹਾਂ ਦੀ ਹੁੰਦੀਆਂ ਕਿ ਕਿਊਰੇਟਿਵ ਪਟੀਸ਼ਨ ਦਾ ਸਾਡੇ ਕੋਲ ਹੈਗਾ, ਰੈਮਡੀ ਲੈ ਸਕਦੇ ਹਾਂ, ਪਰ ਦੇਖਣ ਵਾਲੀ ਗੱਲ ਹੈ ਵੀ ਕਿਸ ਸਮੇਂ ਉਹਨੂੰ ਚੀਜ਼ ਨੂੰ ਫਾਈਲ ਕਰਨਾ ਹੈ, ਵੀ ਸੁਪਰੀਮ ਕੋਰਟ ਦੇ ਵਿੱਚ ਕਿਸ ਸਮੇਂ ਉਸ ਚੀਜ਼ ਨੂੰ ਫਾਈਲ ਕਰਦੇ, ਯਾਨੀ ਸਮੇਂ ਦੇ ਮੁਤਾਬਕ ਜਿਵੇਂ ਹੋਊਗਾ ਉਸ ਚੀਜ਼ ਨੂੰ ਅਡਾਪਟ ਤਾਂ ਕਰਾਂਗੇ। ਬਿਲਕੁਲ। ਚਲੋ ਇਹ ਤਾਂ ਗੱਲ ਸੀਗੀ ਇੱਕ ਆਪਾਂ ਸਜ਼ਾ ਦੇ ਬਾਰੇ ਜੋ ਚਰਚਾਵਾਂ ਸੀਗੀਆਂ ਕਿ ਇਹ ਨੋਰਮਲ ਨਹੀਂ, ਇਹ ਤਾਂ ਤੁਸੀਂ ਚੰਗੇ ਤਰੀਕੇ ਨਾਲ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ। ਪਰ ਪ੍ਰਿਯੰਕਾ ਗਾਂਧੀ ਦਾ ਫੋਨ ਆਉਂਦਾ ਹੈ ਤਾਂ ਪ੍ਰਿਯੰਕਾ ਗਾਂਧੀ ਹੌਸਲਾ ਦਿੰਦੇ ਨੇ ਕਿ ਪਾਰਟੀ ਤੁਹਾਡੇ ਨਾਲ ਹੈ, ਤਾਂ ਰਾਜਾ ਵੜਿੰਗ ਦਾ ਟਵੀਟ ਆ ਜਾਂਦਾ, ਬਿਆਨ ਆ ਜਾਂਦਾ ਕਿ ਪਾਰਟੀ ਉਹਨਾਂ ਦੇ ਨਾਲ ਹੈ। ਪ੍ਰਤਾਪ ਸਿੰਘ ਬਾਜਵਾ ਦਾ ਵੀ ਕਹਿੰਦੇ ਫੋਨ ਆਇਆ ਕਿ ਅਸੀਂ ਤੁਹਾਡੇ ਨਾਲ ਹੈ। ਭਾਰਤ ਭੂਸ਼ਣ ਆਸ਼ੂ ਦਾ ਵੀ ਫੋਨ ਆਉਂਦਾ ਹੈ, ਅਸੀਂ ਤੁਹਾਡੇ ਨਾਲ ਹਾਂ। ਪੰਜਾਬ ਦੀ ਸੀਨੀਅਰ ਲੀਡਰਸ਼ਿਪ, ਪ੍ਰਧਾਨ, ਕਾਰਜਕਾਰੀ ਪ੍ਰਧਾਨ ਤੇ CLP ਲੀਡਰ ਤੇ ਹਾਈ ਕਮਾਨ ਦੇ ਵਿੱਚੋਂ ਪ੍ਰਿਯੰਕਾ ਗਾਂਧੀ ਕਹਿ ਦਿੰਦੇ ਆ ਕਿ ਕਾਂਗਰਸ ਨਵਜੋਤ ਸਿੰਘ ਸਿੱਧੂ ਦੇ ਨਾਲ ਹੈ। ਪਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਣਾ ਗੁਰਜੀਤ ਜਿਹੜੀ ਹੈ ਉਹ ਜਿਸ ਤਰੀਕੇ ਦੀ ਬਿਆਨਬਾਜ਼ੀ ਕਰਦੇ ਆ, ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਪੂਰੀ? ਦੇਖੋ ਇਹ ਹੁਣ ਪਾਰਟੀ ਪ੍ਰਧਾਨ ਰਾਜਾ ਵੜਿੰਗ ਸਾਹਿਬ ਜਿਹੜੇ 3D ਦੀ ਗੱਲ ਕਰਦੇ ਆ, ਉਸ ਚੀਜ਼ ਨੂੰ ਉਹਨਾਂ ਨੂੰ ਜ਼ਿਆਦਾ ਦੇਖਣ ਤਾਂ ਚੰਗੀ ਗੱਲ ਹੈ। ਅਸੀਂ ਇਸ ਚੀਜ਼ ਵੱਲ ਜਾਈਏ ਹੈ ਨਾ, ਇਹਨੂੰ ਡਿਸਪਲਿਨ, ਅਤੇ ਸਿੱਧੂ ਸਾਹਿਬ ਤਾਂ ਇਸ ਚੀਜ਼ ਨੂੰ ਬਿਲਕੁਲ ਇਗਨੋਰ ਕਰਦੇ ਆ। ਅਤੇ ਇਹ ਦੇਖਣ ਵਾਲੀ ਗੱਲ ਹੈ ਵੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੇ ਕਈ ਫੋਨ ਆਏ ਜਦੋਂ ਹਸਪੀਟਲ 'ਚ ਸੀਗੇ, ਘਰ ਸੀਗੇ, ਲਗਾਤਾਰ ਇਨ ਟੱਚ ਸੀਗੇ ਸਿੱਧੂ ਸਾਹਿਬ ਨਾਲ। ਵੜਿੰਗ ਸਾਹਿਬ ਨੇ ਵੀ ਚਲੋ ਹੱਕ 'ਚ ਕੀਤਾ, ਹੋਰ ਵੀ ਕਈ ਸਤਿਕਾਰਯੋਗ ਲੀਡਰ ਹੈ ਜਿਨ੍ਹਾਂ ਨੇ ਸਿੱਧੂ ਸਾਹਿਬ ਨੇ ਦੁੱਖ ਕੀਤਾ, ਦੁੱਖ ਪ੍ਰਗਟਾਇਆ। ਤੇ ਹੁਣ ਦੇਖਣ ਵਾਲੀ ਗੱਲ ਹੈ, ਦੋਨੇ ਸਤਿਕਾਰਯੋਗ ਨੇ ਸਾਡੇ, ਰੰਧਾਵਾ ਸਾਹਿਬ ਵੀ ਤੇ ਰਾਣਾ ਗੁਰਜੀਤ ਜੀ ਵੀ। ਮੇਰਾ ਕੱਦ ਤਾਂ ਹੈ ਨਹੀਂ ਉਹਨਾਂ ਦੇ ਖਿਲਾਫ ਇਹ ਬੋਲਣ ਦੀ ਗੱਲ, ਪਰ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਕਿ ਉਹਨਾਂ ਦਾ ਕੱਦ ਹੈਗਾ ਇਸ ਖਿਲਾਫ ਇਸ ਚੀਜ਼ ਦੇ ਬਾਰੇ ਬੋਲਣ ਬਾਰੇ। ਬਾਕੀ ਦੇਖੋ ਕੀ ਹੁੰਦਾ। ਨਾਲ ਇੱਕ ਤਾਂ ਗੱਲ ਇਹ ਹੈ ਨਾ ਵੀ ਆਪਾਂ ਪੰਜਾਬ ਦੇ ਵਿੱਚ ਦੇਖ ਲੈਂਦੇ ਹਾਂ ਕਿ ਉੱਦਾਂ ਭਲਾ ਤੁਹਾਡੀ ਕਿਸੇ ਨੇ ਦੁਸ਼ਮਣੀ ਆ, ਪਰ ਜਦੋਂ ਮਾੜਾ ਟਾਈਮ ਆਉਂਦਾ ਤਾਂ ਹਰੇਕ ਬੰਦਾ, ਚਲੋ ਤੁਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ, ਮਤਲਬ ਇਹੋ ਜਿਹੇ ਮੌਕੇ ਤੁਸੀਂ ਉਸ ਦੇ ਖਿਲਾਫ ਬੋਲਣ ਤੋਂ ਥੋੜ੍ਹਾ ਜਿਹਾ ਕਤਰਾਉਂਦੇ ਹੋ। ਪਰ ਕੀ ਲੱਗਦਾ ਕਿ ਕਾਰਵਾਈ ਹੁੰਦੀ ਕਿਉਂ ਨਹੀਂ? ਜੇ ਨਵਜੋਤ ਸਿੰਘ ਸਿੱਧੂ ਸਿਰਫ ਔਰ ਸਿਰਫ ਵੱਖਰਾ ਧੜਾ ਬਣਾ ਕੇ ਚੱਲਦੇ ਨੇ ਤੇ ਕੁਝ ਧਰਨੇ ਪ੍ਰਦਰਸ਼ਨ ਕਰਦੇ ਨੇ ਉਵੇਂ ਆਮ ਆਦਮੀ ਪਾਰਟੀ ਦੇ ਖਿਲਾਫ, ਤਾਂ ਸਾਰੇ ਇਹ ਗੱਲ ਕਹਿ ਦਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਬਗਾਵਤ ਕਰਦਾ, ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚਿੱਠੀ ਲਿਖੀ ਜਾਂਦੀ ਹੈ। ਦੂਜੇ ਪਾਸੇ ਜਿਵੇਂ ਤੁਸੀਂ ਕਿਹਾ, ਰਾਜਾ ਵੜਿੰਗ ਜਿਹੜੇ ਆ ਉਹ 3D ਦੀ ਗੱਲ ਕਰਦੇ ਆ, ਡਿਸਿਪਲਿਨ, ਡਾਇਲੋਗ ਤੇ ਡੈਡੀਕੇਸ਼ਨ ਦੀ ਉਹ ਗੱਲ ਕਰਦੇ ਆ। ਪਰ ਜਦੋਂ ਰਾਜਾ ਵੜਿੰਗ ਜੀ ਦੇ ਸਾਹਮਣੇ ਜਦੋਂ ਬਿਆਨਬਾਜ਼ੀ ਹੁੰਦੀ ਹੈ ਸਿੱਧੂ ਦੇ ਖਿਲਾਫ, ਕਿਉਂਕਿ ਸਿੱਧੂ ਤਾਂ ਹਾਲੇ ਵੀ ਕਾਂਗਰਸ ਦਾ ਇੱਕ ਵੱਡਾ ਹਿੱਸਾ ਹੈਗੇ ਆ,
ਤੇ ਇੱਕ ਸੀਨੀਅਰ ਲੀਡਰ ਹੈਗੇ ਆ, ਤੇ ਜੇ ਇਸ ਤਰੀਕੇ ਦੇ ਲੀਡਰ ਜਿਹੜੇ ਆ ਹਾਲੇ ਵੀ ਬਿਆਨਬਾਜ਼ੀ ਕਰਨਗੇ, ਤੁਹਾਨੂੰ ਲੱਗਦਾ ਨਹੀਂ ਕਿ ਇਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ? ਦੇਖੋ ਇਹ ਗੱਲ ਤਾਂ ਠੀਕ ਹੈ। ਪਹਿਲੀ ਗੱਲ ਤਾਂ ਰੰਧਾਵਾ ਸਾਹਿਬ ਦੀ ਸਟੇਟਮੈਂਟ ਆਈ ਸੀਗੀ ਵੀ ਪਾਰਟੀ ਨੇ ਜੋ ਕੰਮ ਨਹੀਂ ਕੀਤਾ ਉਹ ਮਾਨਯੋਗ ਅਦਾਲਤ ਨਹੀਂ ਕਰਤਾ। ਹਾਈ ਕਮਾਂਡ ਤੇ ਵੀ ਸਵਾਲ ਚੁੱਕੇ, ਹਾਈ ਕਮਾਂਡ ਤੇ ਸਵਾਲ ਚੁੱਕੇ। ਇਸ ਗੱਲ ਨਾਲ ਰਿਲੇਟ ਕੀ ਹੈ? ਸਿੱਧੂ ਸਾਹਿਬ ਦਾ ਇੱਕ ਪਰਸਨਲ ਮੈਟਰ ਹੈ, ਉਹ ਹਰ ਕਿਸੇ ਦੀ ਹੋ ਸਕਦਾ, ਉਹ ਇੱਕ ਅਲੱਗ ਚੀਜ਼ ਦਾ ਫੈਸਲਾ ਹੈ। ਇਹਦੇ ਨਾਲ ਪੋਲੀਟੀਕਲ ਤਾਂ ਕੋਈ ਰਿਲੇਟ ਕਰਨ ਦੀ ਜ਼ਰੂਰਤ ਨਹੀਂ ਨਾ, ਵੀ ਮਾਨਯੋਗ ਅਦਾਲਤ ਨੇ ਕੀ ਮੈਂਸ਼ਨ ਕੀਤਾ ਹੈ ਜਜਮੈਂਟ 'ਚ ਵੀ ਤੁਸੀਂ ਇੰਡਿਸਪਲਿਨ ਕੀਤਾ ਵੀ ਅਸੀਂ ਤਾਂ ਤੁਹਾਨੂੰ ਸਜ਼ਾ ਸੁਣਾਤੀ, ਵੀ ਇਹਦਾ ਕੋਈ ਰਿਲੇਟ ਨਹੀਂ ਸੀਗਾ। ਇਸ ਗੱਲ ਦਾ ਮਤਲਬ ਕੀ ਨਹੀਂ ਕਿ ਰੰਧਾਵਾ ਸਾਹਿਬ ਨੂੰ ਸਮਝਾ ਸਕਦੇ ਵੀ ਇਸ ਗੱਲ ਦਾ ਮਤਲਬ ਕੀ ਹੈ ਉਹਨਾਂ ਦੀ। ਤੇ ਜਿੱਥੇ ਗੱਲ ਹੈ ਵੜਿੰਗ ਸਾਹਿਬ ਦੀ, ਮੈਨੂੰ ਉਮੀਦ ਹੈ ਵੀ ਕੁਛ ਨਾ ਕੁਛ ਉਹ ਕਰਨਗੇ, ਕਿਉਂਕਿ ਬੜਾ ਉਹ ਸਟ੍ਰਿਕਟਲੀ ਕਹਿੰਦੇ ਆ ਇਸ ਗੱਲ ਨੂੰ ਵੀ ਇੰਡਿਸਪਲਿਨ ਨਹੀਂ ਬਰਦਾਸ਼ਤ ਕਰਨਾ, ਨਹੀਂ ਤਾਂ ਫਿਰ ਸਾਰੇ ਸਮਝਦੇ ਆ, ਵਰਕਰ ਵੀ ਇਸ ਗੱਲ ਨੂੰ ਪੁੱਛਦਾ ਵੀ ਸਿਲੈਕਟਿਵ ਕਾਰਵਾਈ ਤਾਂ ਨਹੀਂ ਕਿਤੇ ਜਾਖੜ ਸਾਹਿਬ ਕਿਤੇ ਇਹ ਤਾਂ ਨਹੀਂ ਲੋਕ ਤਾਂ ਇਹ ਵੀ ਗੱਲਾਂ ਕਰਦੇ ਆ ਕਿ ਜਿੱਥੋਂ ਵੱਡੇ ਅਟੈਚੀ ਪਹੁੰਚ ਜਾਂਦੇ ਉੱਥੇ ਕਾਰਵਾਈ ਨਹੀਂ ਹੁੰਦੀ? ਨਹੀਂ, ਇਸ ਗੱਲ ਦਾ ਤਾਂ ਮੈਂ ਕੀ ਜਵਾਬ ਦਿਆਂ ਤੁਹਾਨੂੰ। ਤੇ ਇਦਾਂ ਦੀ ਤਾਂ ਕੀ ਹੈ, ਪਰ ਰਿਫਲੈਕਟਿਵ ਕਿਤੇ ਨਜ਼ਰ ਨਾ ਆਵੇ। ਅੱਜ ਪੰਜਾਬ ਦੇ ਵਰਕਰ ਇਹ ਗੱਲ ਤਾਂ ਪੁੱਛਦੇ ਆ ਕਿਉਂਕਿ ਉਹਨਾਂ ਨੂੰ, ਜਿਨ੍ਹਾਂ ਨੂੰ ਸਿੱਧੂ ਸਾਹਿਬ ਨਾਲ ਲਗਾਵ ਹੈ, ਇਸ ਗੱਲ ਨੂੰ ਕਹਿੰਦੇ ਆ ਵੀ ਗਲਤ ਹੋਇਆ ਜੋ ਵੀ ਹੈ। ਪਰ ਹੁਣ ਜਿਵੇਂ ਆਮ ਆਦਮੀ ਪਾਰਟੀ ਦੀ, ਚਲੋ ਆਪਾਂ ਜੇ ਨਾ ਵੀ ਗੱਲ ਕਰੀਏ ਤਾਂ ਜਿਵੇਂ ਤੁਹਾਡੀ ਪਾਰਟੀ ਤੇ ਆਵਾਂ, ਜੋ ਹਾਲਾਤ ਨੇ ਇਸ ਵਕਤ ਬਣੇ ਹੋਏ, ਜਾਖੜ ਸਾਹਿਬ ਚਲੇ ਗਏ, ਜਾਖੜ ਸਾਹਿਬ ਤੋਂ ਬਾਅਦ ਕੁਝ ਹੋਰ ਲੀਡਰ ਦੀ ਵੀ ਜਾਣ ਦੀ ਤਿਆਰੀ ਹੈ ਤੇ ਜਾਣਗੇ ਵੀ, ਤਾਂ ਨਵਜੋਤ ਸਿੰਘ ਸਿੱਧੂ ਦਾ ਵੀ ਪੱਕਾ ਨਹੀਂ ਲੱਗ ਰਿਹਾ ਵੀ ਕਾਂਗਰਸ 'ਚ ਰਹਿਣਗੇ ਜਾਂ ਨਹੀਂ ਰਹਿਣਗੇ। ਐਜ਼ ਜਿਹੜੀ ਇਸ ਵਕਤ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਕਾਂਗਰਸ ਦੀ, ਕਿਵੇਂ ਦੇਖਦੇ ਹੋ ਕਿ ਪੱਬਾਂ ਭਾਰ ਦੁਬਾਰਾ ਹੋ ਸਕਦੀ ਹੈ ਜਾਂ ਨਹੀਂ? ਦੇਖੋ, ਲੋਕਾਂ ਨੇ ਪੰਜਾਬ ਦੇ ਵਿੱਚ ਬਦਲਾਵ ਕੀਤਾ। ਬਦਲਾਵ ਕਿਸ ਚੀਜ਼ ਦਾ ਕੀਤਾ? ਬਦਲਾਵ ਇੱਕ ਪੋਲੀਟੀਸ਼ੀਅਨਸ ਦਾ ਕੀਤਾ, ਕਰਪਸ਼ਨ ਦਾ ਕੀਤਾ, ਮਾਫੀਆ ਦਾ ਕੀਤਾ, ਗੁੰਡਾ ਰਾਜ ਦਾ ਕੀਤਾ, ਕਿਸ ਤਰ੍ਹਾਂ ਲੋਕਾਂ ਨੇ ਕੀਤਾ। ਚੇਂਜ ਨੂੰ ਉਹਨਾਂ ਨੇ ਕੈਂਡੀਡੇਟ ਨਹੀਂ ਦੇਖੇ। ਜੇ ਤਾਂ ਕਾਂਗਰਸ ਪਾਰਟੀ ਇਸ ਚੀਜ਼ ਨੂੰ ਬਦਲਾਵ ਕਰਦੀ ਹੈ, ਲੀਡਰਸ਼ਿਪ ਦਾ, ਇਮਾਨਦਾਰ ਬੰਦੇ ਜੇ ਅੱਗੇ ਆਉਂਦੇ ਆ, ਮੈਂ ਕਿਸੇ ਦੀ ਇਮਾਨਦਾਰੀ ਤੇ ਉਂਗਲ ਨਹੀਂ ਚੱਕਦਾ, ਪਰ ਜੇਕਰ ਸਾਨੂੰ ਫਿਲਟਰ ਲਾ ਕੇ ਦੇਖਣਾ ਪਊਗਾ। ਜੇ ਉਹੋ ਜਿਹੇ ਬੰਦੇ ਅੱਗੇ ਆਉਂਦੇ ਆ, ਹਲਕੇ ਦੇ ਲੋਕਾਂ ਦੀ ਆਵਾਜ਼, ਹਲਕੇ ਦੇ ਕਾਂਗਰਸ ਦੇ ਵਰਕਰ ਦੀ ਆਵਾਜ਼ ਜੋ ਸਮਝਦੇ ਆ ਵੀ ਕਿਹੜਾ ਬੰਦਾ ਅੱਗੇ ਆਉਣਾ ਚਾਹੀਦਾ ਹਲਕੇ ਲੈਵਲ ਤੇ, ਤਾਂ ਫਿਰ ਤਾਂ ਕਾਂਗਰਸ ਕਿਉਂ ਨਹੀਂ ਆ ਸਕਦੀ? ਬਿਲਕੁਲ ਆ ਸਕਦੀ, ਕਿਉਂਕਿ ਲੋਕ ਜੋ ਚਾਹੁੰਦੇ ਆਪਾਂ ਉਹਨਾਂ ਨੂੰ ਦੇਵਾਂਗੇ ਤਾਂ ਜ਼ਰੂਰ ਕਾਂਗਰਸ। ਉਹ ਤਾਂ ਫਿਰ ਉਹਨਾਂ ਦੀਆਂ ਗਲਤੀਆਂ ਹੋ ਗਈਆਂ ਨਾ, ਉਹ ਤਾਂ ਫਿਰ ਤੁਸੀਂ ਗਲਤੀਆਂ ਦੇ ਵਿੱਚੋਂ, ਜਿਵੇਂ ਪ੍ਰਸ਼ਾਂਤ ਕਿਸ਼ੋਰ ਕਹਿੰਦੇ ਆ ਕਿ ਮੋਦੀ ਦੀਆਂ ਗਲਤੀਆਂ ਦੇ ਵਿੱਚੋਂ ਕਾਂਗਰਸ ਜਾਂ ਰਾਹੁਲ ਗਾਂਧੀ ਜਿਹੜੀ ਸਰਕਾਰ ਲੱਭਣ ਨੂੰ ਫਿਰਦੀ ਹੈ, ਖੁਦ ਮਿਹਨਤ ਨਹੀਂ ਕਰ ਰਹੇ, ਉਹ ਤਾਂ ਗਲਤੀਆਂ ਫਿਰ ਆਮ ਆਦਮੀ ਪਾਰਟੀ ਦੀਆਂ ਹੋ ਗਈਆਂ। ਪਰ ਕਾਂਗਰਸ ਕਿਵੇਂ ਲੱਭੂ ਉਹਨਾਂ ਦੀਆਂ ਗਲਤੀਆਂ? ਕਾਂਗਰਸ ਕੀ ਕਰੂਗੀ? ਨਹੀਂ, ਕਾਂਗਰਸ ਪਹਿਲਾਂ ਮੈਂ ਇਹੀ ਗੱਲ ਕਹਿੰਦਾ ਵੀ ਪਹਿਲਾਂ ਆਪਦੀਆਂ ਗਲਤੀਆਂ ਲੱਭੇ ਵੀ ਅਸੀਂ ਸੱਤਾ 'ਚੋਂ ਗਏ ਕਿਉਂ, 77 ਤੋਂ ਅਸੀਂ 18 ਤੇ ਕਿਵੇਂ ਆਏ। ਪਰ ਉਹ ਤਾਂ ਨਵਜੋਤ ਸਿੰਘ ਸਿੱਧੂ ਹੁਣੀ ਸਾਰੇ ਇਹ ਗੱਲਾਂ ਕਹਿ ਰਹੇ ਆ ਕਿ ਮਾਫੀਆ ਦੇ ਕਰਕੇ ਰਾਜਾ ਵੜਿੰਗ ਖੁਦ ਵੀ, ਅੱਛਾ ਮੈਂ ਇਹ ਤੇ ਵੀ ਆਊਂਗਾ, ਰਾਜਾ ਵੜਿੰਗ ਇਹ ਗੱਲ ਕਹਿ ਰਿਹਾ, ਇੱਕ ਇੰਟਰਵਿਊ ਦੇ ਵਿੱਚ ਮੈਂ ਉਹਨਾਂ ਦੀ ਸਵਾਲ ਸੁਣਿਆ, ਕਹਿੰਦੇ ਕਿ ਹਾਲੇ ਵੀ ਉਹ ਲੀਡਰ ਜਿਹੜੇ ਆ, ਜਿਹੜੇ ਚੋਰ ਲੀਡਰ ਆ ਸਾਡੀ ਕਾਂਗਰਸ ਦੇ, ਉਹ ਹਾਲੇ ਵੀ ਸਾਡੀ ਕਾਂਗਰਸ ਦੇ ਵਿੱਚ ਬੈਠੇ ਆ, ਤੇ ਕਹਿੰਦੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ, ਉਹਨਾਂ ਨੂੰ ਸੁਧਾਰਿਆ ਜਾਣਾ ਚਾਹੀਦਾ। ਚਾਹੀਦਾ ਤਾਂ ਇਹ ਸੀ ਕਿ ਰਾਜਾ ਵੜਿੰਗ ਉਹਨਾਂ ਲੀਡਰਾਂ ਨੂੰ ਖੁਦ ਕਾਨੂੰਨ ਦੇ ਹਵਾਲੇ ਕਰਾਉਂਦੇ, ਜੇ ਉਹਨਾਂ ਨੂੰ ਪਤਾ ਹੀ ਸੀਗਾ। ਤੇ ਮੈਂ ਤਾਂ ਆਪਣੇ ਪ੍ਰੋਗਰਾਮ ਦੇ ਵਿੱਚ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਸੀ ਕਿ ਕਾਂਗਰਸ ਦੇ ਪ੍ਰਧਾਨ ਦੇ ਬਿਆਨਾਂ ਦੇ ਉੱਪਰ ਕਾਰਵਾਈ ਜਿਹੜੀ ਕਰਨੀ ਚਾਹੀਦੀ ਹੈ, ਕਿ ਕਿਹੜੇ ਤੁਹਾਡੇ ਚੋਰ ਲੀਡਰ ਹੈ, ਕਿਹੜੇ ਲੀਡਰਾਂ ਨੇ ਪੰਜਾਬ ਨੂੰ ਲੁੱਟਿਆ, ਉਹਨਾਂ ਤੇ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ। ਤੇ ਜੇ ਰਾਜਾ ਵੜਿੰਗ ਦੀ ਗੱਲਬਾਤ ਮੰਨ ਲਈਏ ਤਾਂ ਕਿ ਉਹਨਾਂ ਲੀਡਰਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਣਾ ਚਾਹੀਦਾ। ਮੌਕਾ ਤਾਂ ਮੈਨੂੰ ਲੱਗਦਾ ਇਸ ਚੀਜ਼ ਦਾ ਕਿ ਉਹ ਦੁਬਾਰਾ ਪੰਜਾਬ ਨੂੰ ਲੁੱਟ ਸਕਣ। ਜੇ ਵਾਕਈ ਉਹ ਜਿਹੇ ਲੀਡਰ ਪੰਜਾਬ ਦੇ ਵਿੱਚ, ਕਾਂਗਰਸ ਦੇ ਵਿੱਚ ਬੈਠੇ ਆ ਚੋਰ ਲੀਡਰ, ਤਾਂ ਤੁਹਾਨੂੰ ਕੀ ਲੱਗਦਾ ਕਾਂਗਰਸ ਪ੍ਰਧਾਨ ਦਾ ਇਹ ਬਿਆਨ ਬਿਲਕੁਲ ਸਹੀ ਹੈਗਾ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ? ਦੇਖੋ, ਮੈਂ ਵੜਿੰਗ ਸਾਹਿਬ ਦੇ ਇਸ ਬਿਆਨ ਨਾਲ ਤਾਂ ਸਹਿਮਤ ਨਹੀਂ। ਇਸ ਚੀਜ਼ ਦਾ ਹੀ ਦੇਖੋ, ਜੇ ਜੁਰਮ ਪਾਪੀ ਨੂੰ ਜੇ ਸਜ਼ਾ ਨਹੀਂ ਦਿੱਤੀ ਤੇ ਚੰਗੇ ਕੰਮ ਕਰਨ ਵਾਲੇ ਨੂੰ ਜੇ ਆਪਾਂ ਅੱਗੇ ਨਹੀਂ ਲੈ ਕੇ ਆਵਾਂਗੇ ਤਾਂ ਉਸ 'ਚ ਫਿਰ ਬਦਲਾਅ, ਅਸੀਂ ਫਿਰ ਇੱਥੇ ਕੀ ਕਰਨਾ? ਗੱਲ ਤਾਂ ਇਹ ਹੈ ਵੀ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਆ ਉਹਨਾਂ ਨੂੰ ਉਹਦਾ ਸਜ਼ਾ ਮਿਲੇ, ਨਵੀਂ ਲੀਡਰਸ਼ਿਪ ਨੂੰ ਸਪੇਸ ਮਿਲੇ। ਇਸ ਚੀਜ਼ ਦਾ ਦੁਬਾਰਾ ਮੌਕਾ ਦੇਣ ਦਾ ਕੋਈ ਮਤਲਬ ਹੀ ਨਹੀਂ। ਨਾ ਤਾਂ ਆਪਣੀ ਕੋਈ ਮੋਰਲ ਵੈਲਿਊ ਇਹ ਗੱਲ ਕਹਿੰਦੀ, ਨਾ ਹੀ ਕੋਈ ਕਿਸੇ ਚੀਜ਼ ਦੀ ਸੰਵਿਧਾਨ ਕਾਂਗਰਸ ਦਾ ਇਹ ਕਹਿੰਦਾ ਵੀ ਜਿਹਨੇ ਜੋ ਕੰਮ ਕੀਤਾ ਉਹ ਰਸਤਾ ਦਿਖਾਇਆ ਜਾਵੇ, ਉਲਟਾ ਕਾਰਵਾਈ ਕੀਤੀ ਜਾਵੇ। ਕਾਂਗਰਸ ਜਾਂ ਜਿੰਨੀਆਂ ਵੀ ਪਾਰਟੀਆਂ, ਮੈਂ ਕਹੂੰਗਾ ਜਿਹੜੇ ਪਾਰਟੀਆਂ ਦੀ ਲੀਡਰਸ਼ਿਪ ਨੇ ਕਰਪਸ਼ਨ ਕੀਤੀ ਹੈ ਜਾਂ ਕੋਈ ਮਾੜੇ ਕਰਮ ਕੀਤੇ ਹੈ, ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਹੋਵੇ, ਤਾਂ ਹੀ ਸਾਰੀ ਪਾਰਟੀਆਂ ਦਾ ਸੁਧਾਰ ਹੈ। ਇਹਦੇ 'ਚ ਪੰਜਾਬ ਦਾ ਸੁਧਾਰ ਹੈ। ਅਕਾਲੀ, ਤੁਸੀਂ ਵੀ ਸਿਆਸਤ ਨੂੰ ਚੰਗੇ ਤਰੀਕੇ ਦੇ ਨਾਲ ਸਮਝਦੇ ਹੋ, ਲਾਅ ਵੀ ਤੁਸੀਂ ਐਡਵੋਕੇਟ ਵੀ ਹੋ, ਤੁਸੀਂ ਨਵਜੋਤ ਸਿੰਘ ਸਿੱਧੂ ਦੇ ਕਰੀਬ ਰਹਿਣਾ ਵੀ ਕੋਈ ਮਾੜੀ ਮੋਟੀ ਗੱਲ ਨਹੀਂ। ਜੇ ਕੋਈ ਗੱਲਬਾਤ ਬੰਦੇ ਦੇ ਵਿੱਚ ਹੈ ਤਾਂ ਹੀ ਨਵਜੋਤ ਸਿੰਘ ਸਿੱਧੂ ਦੇ ਕਰੀਬ ਹੀ ਰਹਿਣਾ। ਤੁਸੀਂ ਕੀ ਸੋਚਦੇ ਹੋ ਕਿ ਜੇ ਕਾਂਗਰਸ ਦੇ ਵਿੱਚ ਇਹ ਲੀਡਰ ਰਹਿੰਦੇ ਆ ਤਾਂ ਜਾਂ ਫਿਰ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ, ਤੇ ਜੇ ਇਹਨਾਂ ਦੇ ਰਹਿੰਦੇ ਆ ਕਾਮਯਾਬ ਹੋਊ ਕਾਂਗਰਸ? ਮੇਰੇ ਹਿਸਾਬ ਨਾਲ ਤਾਂ ਬਿਲਕੁਲ ਕਾਰਵਾਈ ਕਰਨੀ ਚਾਹੀਦੀ। ਭਾਵੇਂ ਭਗਵੰਤ ਮਾਨ ਸਾਹਿਬ ਨਾ ਕਰਨੀ ਚਾਹਣ, ਉਹਨਾਂ ਦਾ ਫਾਇਦਾ ਹੈ,
ਪਰ ਸਾਡੇ ਲਈ ਤਾਂ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ, ਨਵੇਂ ਬੰਦੇ ਆਣੇ ਚਾਹੀਦੇ, ਚੰਗੇ ਬੰਦੇ ਆਣੇ ਚਾਹੀਦੇ ਹੈ, ਕਿਉਂਕਿ ਲੋਕਾਂ ਨੇ ਇੱਕ ਵਾਰੀ ਜਿਨ੍ਹਾਂ ਨੂੰ ਦੇਖ ਲਿਆ ਦੁਬਾਰੇ ਇਸ ਵਾਰ ਜਿਹੜੀਆਂ ਟਿਕਟਾਂ ਦਿੱਤੀਆਂ ਨਵਜੋਤ ਸਿੰਘ ਸਿੱਧੂ ਜਿਹੜੀਆਂ ਮੰਗ ਕਰਦੇ ਸੀਗੇ ਕਿ ਘੱਟੋ ਘੱਟ 30-35 ਟਿਕਟਾਂ ਜਿਹੜੀਆਂ ਕੱਟੀਆਂ ਜਾਣੀਆਂ ਚਾਹੀਦੀਆਂ, ਇਸ ਵਾਰ ਜਿਹੜੀਆਂ ਟਿਕਟਾਂ ਕੱਟੀਆਂ ਗਈਆਂ ਮੈਨੂੰ ਲੱਗਦਾ ਕਿ ਕੱਟੀਆਂ ਨਹੀਂ ਗਈਆਂ, ਬਹੁਤ ਘੱਟ ਕੱਟੀਆਂ ਗਈਆਂ, ਪਰ ਜਿਸ ਹਿਸਾਬ ਦੇ ਨਾਲ ਟਿਕਟਾਂ ਦੀ ਵੰਡ ਹੋਈ ਤੁਹਾਨੂੰ ਲੱਗਦਾ ਕਿ ਉਹ ਸਹੀ ਸੀ? ਦੇਖੋ ਕੁਝ ਟਿਕਟਾਂ ਸਹੀ ਸੀਗੀਆਂ, ਕੁਝ ਗਲਤ ਸੀ। ਕੁਝ ਕੈਂਡੀਡੇਟ ਚੰਗੇ ਆਏ, ਨਵੇਂ ਆਏ, ਪੜ੍ਹੇ ਲਿਖੇ ਆਏ। ਸਿੱਧੂ ਸਾਹਿਬ ਨੇ ਕੋਸ਼ਿਸ਼ ਕੀਤੀ, ਜਿਵੇਂ ਬੱਲੂਆਣਾ ਚੋਂ ਰਜਿੰਦਰ ਕੌਰ ਨੇ, ਪੜ੍ਹੇ ਲਿਖੇ ਨੇ, ਟੀਚਰ ਨੇ, ਪ੍ਰੋਫੈਸਰ ਨੇ, ਉਹ ਆਏ। ਰਣਵੀਰ ਕੌਰ ਮੀਆਂ ਬੁਲਾਡਾ ਤੋਂ ਨੇ, ਉਹ ਵੀ ਪ੍ਰੋਫੈਸਰ ਨੇ ਬਠਿੰਡੇ, ਉਹ ਅੱਗੇ ਆਏ। ਹੰਬਲ ਬੈਕਗਰਾਊਂਡ ਹੈ ਉਹਨਾਂ ਦਾ, ਕਾਫੀ ਨਵੇਂ ਚਿਹਰੇ ਤਾਂ ਅੱਗੇ ਆਏ, ਲੇਕਿਨ ਉਹਨਾਂ ਦਾ ਹਾਰਨ ਦਾ ਕਾਰਨ ਇੱਕ ਇਹ ਵੀ ਰਿਹਾ ਵੀ ਆਟੇ ਨਾਲ ਜਿਵੇਂ ਘੁਣ ਪਿਸਿਆ ਗਿਆ ਕਣਕ ਨਾਲ, ਵੀ ਬਦਲਾਅ ਵੱਲ ਲੋਕੀ ਗਏ ਨਾ, ਤਾਂ ਉਹਨਾਂ ਬੰਦੇ ਇਗਨੋਰ ਹੋ ਗਏ, ਚੰਗੇ ਕੈਂਡੀਡੇਟ ਇਗਨੋਰ ਹੋ ਗਏ। ਮੈਨੂੰ ਇਹ ਲੱਗਦਾ ਸੀਗਾ ਕਿ ਜਿਹੜੀ ਬਦਲਾਅ ਦੀ ਰਾਜਨੀਤੀ ਨਵਜੋਤ ਸਿੰਘ ਸਿੱਧੂ ਨੇ ਸ਼ੁਰੂ ਕੀਤੀ ਹੋਈ ਸੀਗੀ, ਤਾਂ ਉਹ ਜਿਹੜਾ ਬਦਲਾਅ ਵਾਲਾ ਵੋਟਰ ਸੀ ਉਹ ਦੋ ਥਾਈਂ ਇਕੱਠਾ ਸੀ, ਇੱਕ ਤਾਂ ਨਵਜੋਤ ਸਿੰਘ ਸਿੱਧੂ ਦੇ ਮਗਰ ਔਰ ਦੂਜਾ ਕਾਂਗਰਸ ਦੇ ਮਗਰ, ਤੇ ਮਾਫ ਕਰਨਾ ਆਮ ਆਦਮੀ ਪਾਰਟੀ ਦੇ ਮਗਰ। ਜਦੋਂ ਨਵਜੋਤ ਸਿੰਘ ਸਿੱਧੂ ਨੂੰ ਬੈਕ ਸਟੈਪ ਕਰ ਦਿੱਤਾ ਗਿਆ ਤਾਂ ਉਹ ਬਦਲਾਅ ਵਾਲਾ ਵੋਟਰ ਇੱਕ ਥਾਂ ਤੇ ਇਕੱਠਾ ਹੋ ਗਿਆ। ਤੁਹਾਨੂੰ ਲੱਗਦਾ ਕਿ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਚਿਹਰਾ ਐਲਾਨ ਕੇ ਗਲਤੀ ਕੀਤੀ? ਦੇਖੋ ਕਾਂਗਰਸ ਨੂੰ ਜੇ ਬਦਲਾਅ ਵਾਲੇ ਪਾਸੇ ਕਾਂਗਰਸ ਦਾ ਇੰਟੈਂਟ ਤਾਂ ਸੀਗਾ, ਲੇਕਿਨ ਹਾਈ ਕਮਾਂਡ ਨੂੰ ਕਿੱਦਾਂ, ਕਿਹੜੇ ਲੀਡਰਾਂ ਨੇ ਕਿੱਦਾਂ ਸਮਝਾਇਆ ਗਿਆ, ਪਰ ਜਿਸ ਤਰੀਕੇ ਦੇ ਨਾਲ ਗਰੀਬ ਆਮ ਉਹਨੂੰ ਦਿਖਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ, ਔਰ ਉਸ ਤੋਂ ਬਾਅਦ ਜਿਹੋ ਜਿਹੀਆਂ ਗੱਡੀਆਂ ਦੀਆਂ ਫੋਟੋਜ਼ ਵਾਇਰਲ ਹੋਈਆਂ, ਜਿਹੋ ਜਿਹੇ ਘਰ ਦੀਆਂ ਫੋਟੋਜ਼ ਵਾਇਰਲ ਹੋਈਆਂ, ਤੇ ਦੂਜੇ ਪਾਸੇ ਲਾਭ ਸਿੰਘ ਉਗੋ ਕੇ ਸੀਗੇ ਉਹਨਾਂ ਦੇ ਘਰ ਦੀਆਂ ਫੋਟੋਆਂ ਵਾਇਰਲ ਹੋਈਆਂ, ਕੰਮਕਾਜ ਮਾਂ ਦੇ ਕੰਮਕਾਜ ਦੀਆਂ ਫੋਟੋ ਵਾਇਰਲ ਹੋਈਆਂ, ਤਾਂ ਪਤਾ ਤਾਂ ਲੱਗਦਾ ਹੀ ਹੋਣਾ ਪਾਰਟੀ ਨੂੰ। ਦੇਖੋ ਇਹਦੇ 'ਚ ਕੋਈ ਦੋ ਰਾਹ ਨਹੀਂ ਹੈਗਾ ਵੀ ਗਰੀਬ ਕੌਣ ਹੈ ਅਮੀਰ ਕੌਣ ਹੈ, ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ, ਉਹਨਾਂ ਨੇ ਦੱਸਤਾ। ਠੀਕ ਹੈ, ਇਹਦੇ 'ਚ ਸਾਡੇ ਚੰਗੇ ਕੈਂਡੀਡੇਟ ਵੀ ਹਾਰ ਗਏ, ਮਾੜੇ ਵੀ ਹਾਰੇ, ਇਸ ਚੀਜ਼ ਨੂੰ ਕੋਈ ਦੋ ਰਾਵਾਂ ਨਹੀਂ ਹੈਗੀਆਂ। ਹਾਂ ਇਸ ਗੱਲ ਦਾ ਮੈਂ ਫਰਮ ਬਿਲੀਵਰ ਹਾਂ ਵੀ ਸਿੱਧੂ ਸਾਹਿਬ ਨੂੰ ਜੇ ਮੁੱਖ ਮੰਤਰੀ ਦਾ ਸੀਐਮ ਫੇਸ ਲਾਉਂਦੇ, ਸਾਡੀ ਸਰਕਾਰ ਬੰਦੀ ਨਾ ਬੰਦੀ, ਸਾਡੇ ਕੈਂਡੀਡੇਟਸ ਵੱਧ ਜਿੱਤਦੇ, ਕਿਉਂਕਿ ਲੋਕ ਬਦਲਾਅ ਵੱਲ ਪਸੀ ਸੀਗੇ। ਇਸ ਚੀਜ਼ ਨੂੰ ਤੁਸੀਂ ਸਮਝੋ ਵੀ ਲੋਕ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਬਣਨਾ ਤਾਂ ਵੇਖਣਾ ਚਾਹੁੰਦੇ ਸੀਗੇ, ਪਰ ਉਸ ਤੋਂ ਪਹਿਲਾਂ ਗਲਤੀਆਂ ਕਿੰਨੀਆਂ ਹੋ ਗਈਆਂ ਇਸ ਚੀਜ਼ ਦੇ ਵੀ ਕਾਂਗਰਸ ਮੰਥਨ ਕਰੇ ਵੀ ਜਦੋਂ ਮੁੱਖ ਮੰਤਰੀ ਬਦਲਿਆ ਵਜ਼ੀਰ ਬਦਲੇ ਚਾਹੀਦੇ ਸੀ, ਨਹੀਂ ਚਾਹੀਦੇ ਸੀ, ਟਿਕਟਾਂ ਕੱਟਣੀਆਂ ਚਾਹੀਦੀਆਂ ਸੀ, ਕਿੰਨੀਆਂ ਕੱਟੀਆਂ, ਮੰਤਰੀ ਕਿੰਨੇ ਕਿਹੋ ਜਿਹੇ ਬਣਾਏ, ਇਸ ਚੀਜ਼ ਦਾ ਸਾਡੀ 5 ਸਾਲ ਦੀ ਪਰਫਾਰਮੈਂਸ, ਕਿਉਂਕਿ ਲੋਕਾਂ ਨੇ ਵੋਟ ਤਾਂ ਪੰਜੇ ਨੂੰ ਪਾਈ ਸੀ ਨਾ, ਉਸ ਤੋਂ ਬਾਅਦ ਵਾਰੇ ਮੰਗਣੀ ਵੀ ਪੰਜੇ ਹਫ਼ਤੇ ਸੀ, ਭਾਵੇਂ ਸਿੱਧੂ ਸਾਹਿਬ ਚਿਹਰਾ ਹੁੰਦੇ। ਬਿਲਕੁਲ, ਤੇ ਕਈ ਫੈਕਟਰ ਇਹਦੇ 'ਚ ਰਲਦੇ ਆ, ਸਾਡੀ ਪਰਫਾਰਮੈਂਸ ਰਲਦੀ ਹੈ 5 ਸਾਲਾਂ ਦੀ, ਸਾਡੇ ਵਰਕਰ ਦੀ ਪੁੱਛਗਿੱਛ ਰਲਦੀ ਹੈ, ਸਾਡੇ ਮੰਤਰੀ ਵੇਖੇ ਜਾਣਗੇ ਵੀ ਉਹਨਾਂ ਦੀ ਪਰਫਾਰਮੈਂਸ ਕੀ ਸੀ। ਮੁੱਖ ਮੰਤਰੀ ਸਾਹਿਬ ਦਾ ਤਾਂ ਤੁਸੀਂ ਬਦਲਾਵ ਬਦਲੀ ਕੀਤੀ, ਕਿਹੜੇ ਮੰਤਰੀ ਤੁਹਾਨੂੰ ਲੱਗਦਾ ਬਦਲੀ ਚਾਹੀਦੀ? ਮੈਂ ਹੁਣ ਇਹਦਾ ਕੀ ਨਾਮ ਲਵਾਂ, ਜਿਹੜੇ ਘਰੇ ਬੈਠੇ ਆ, ਘਰੇ ਸਾਰੇ ਬੈਠੇ, ਇੱਕ ਦੋ ਹੀ ਪਿੰਡਾਂ ਜਿੱਤੇ ਆ, ਸੁਖਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਸੁਖ ਸਰਕਾਰੀ, ਬਾਕੀ ਸਾਰੇ ਘਰੇ ਬੈਠੇ ਮੈਨੂੰ ਲੱਗਦਾ। ਨਹੀਂ, ਉਹਨਾਂ ਦੀ ਮੈਟਰ ਕਰਦਾ ਹੈ ਪਰਫਾਰਮੈਂਸ। ਜਿਹੜਾ ਪਿੰਡੂ ਪੰਚਾਇਤ ਮੰਤਰੀ ਸੀ ਉਹਨੇ ਪਿੰਡਾਂ ਦੇ ਲੋਕਾਂ ਨੇ ਵੋਟ ਪਾਈ ਸਾਨੂੰ, ਜਿਹੜਾ ਡਿਪਾਰਟਮੈਂਟ ਦੇ ਸਾਨੂੰ ਤੁਸੀਂ ਵੇਖੋ ਵੀ ਦੇਖੋ ਜਿੱਤ ਹਾਰ ਇਹ ਮਾਇਨੇ ਨਹੀਂ ਰੱਖਦੀ ਵੀ ਜਿਹੜਾ ਜਿੱਤ ਗਿਆ ਉਹ ਚੰਗਾ ਹੀ ਹੈ ਜਾਂ ਜਿਹੜਾ ਹਾਰ ਗਿਆ ਉਹ ਮਾੜਾ ਹੀ ਹੈ। ਇਹ ਤਾਂ ਪੋਲੀਟੀਕਲ ਫੈਕਟਰ ਉਸ ਹਲਕੇ ਦੀ ਮੈਟਰ ਕਰਦੇ ਆ, ਦੂਜੀ ਪਾਰਟੀਆਂ ਹੋ ਜੇ ਕੈਂਡੀਡੇਟ ਕਿਵੇਂ, ਇਹ ਮਤਲਬ ਨਹੀਂ ਵੀ ਉਹ ਜਿੱਤ ਗਿਆ ਤਾਂ ਚੰਗਾ, ਜੇ ਜਿਹੜਾ ਹਾਰ ਗਿਆ ਉਹ ਮਾੜਾ, ਇਹ ਨਹੀਂ ਗਾ। ਇਹ ਪੰਜਾਬ ਹੁਣ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਕੀ ਰਹੂਗੀ, ਕਿਉਂਕਿ ਜੇ ਲੰਬਾ ਸਮਾਂ ਅੰਦਰ ਗੁਜ਼ਾਰਨਾ ਪੈ ਗਿਆ, ਲੰਬਾ ਸਮਾਂ ਮਤਲਬ ਇਹ ਵੀ ਗੱਲ ਕਹੀ ਜਾ ਰਹੀ ਹੈ, ਇੱਕ ਇੰਪੋਰਟੈਂਟ ਸਵਾਲ ਡੈਂਪੀ ਜੀ ਹੋਰ ਸੀ, ਉਹ ਮੈਂ ਭੁੱਲ ਗਿਆ ਪਹਿਲਾਂ ਕਰਨਾ। ਇੱਕ ਗੱਲ ਇਹ ਵੀ ਆ ਰਹੀ ਹੈ ਕਿ ਸਜ਼ਾ ਜ਼ਰੂਰ 1 ਸਾਲ ਦੀ ਹੋਈ ਹੈ, ਪਰ ਨਵਜੋਤ ਸਿੰਘ ਸਿੱਧੂ 1 ਸਾਲ ਜਿਹੜਾ ਉਹ ਅੰਦਰ ਨਹੀਂ ਰਹਿਣਗੇ। ਸਜ਼ਾ ਮੇਰੇ ਖਿਆਲ 'ਚ ਕਹਿੰਦੇ ਕਿ ਜੇ ਚੰਗਾ ਆਚਰਣ ਰਿਹਾ ਤਾਂ 8 ਮਹੀਨੇ ਦੀ ਹੋ ਸਕਦੀ ਹੈ। ਹਾਲਾਂਕਿ ਚਲੋ ਅਸੀਂ ਤਾਂ ਦੁਆ ਕਰਦੇ ਹਾਂ ਕਿ ਤੁਹਾਡੇ ਨਵਜੋਤ ਸਿੰਘ ਜਿਹੜੇ ਸਿੱਧੂ ਨੇ ਉਹ 2.5-4 ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਹੋ ਸਕਦਾ ਕਿ ਜਲਦੀ ਆ ਜਾਣ ਬਾਹਰ, ਤਾਂ ਫਿਰ ਵੀ ਜੇ ਆਪਾਂ ਕਹੀਏ ਤਾਂ ਜੇ ਪੂਰੀ ਸਜ਼ਾ ਉਹਨਾਂ ਨੂੰ ਕੱਟਣੀ ਪਵੇ ਤਾਂ ਐਜ਼ ਅ ਵਕੀਲ ਤੁਸੀਂ ਕਿਵੇਂ ਸਮਝਾਓਗੇ ਕਿ ਵਾਕਈ 8 ਮਹੀਨੇ ਦੀ ਜਾਂ 9 ਮਹੀਨੇ ਦੀ ਜਾਂ ਕਿੰਨੀ ਘੱਟ ਹੋ ਸਕਦੀ ਹੈ? ਸਿੱਧੂ ਸਾਹਿਬ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਹੁੰਦਾ ਨਾ ਕਿ ਦਿਨ ਰਾਤ ਦੀ ਸਜ਼ਾ ਗਿਣੀ ਜਾਂਦੀ ਹੈ, ਕੋਈ ਕਹਿੰਦਾ ਛੁੱਟੀਆਂ ਘੱਟ ਜਾਂਦੀਆਂ, ਕਿਉਂਕਿ ਵੱਖੋ ਵੱਖਰੀਆਂ ਗੱਲਾਂ ਨੇ। ਮੈਂ ਐਜ਼ ਅ ਵਕੀਲ ਵੀ ਸਮਝਣਾ ਚਾਹੂੰਗਾ। ਨਹੀਂ, ਦਿਨ ਰਾਤ ਤਾਂ ਨਹੀਂ ਹੁੰਦਾ, ਜੇ ਚੰਗਾ ਬਿਹੇਵੀਅਰ ਹੋਵੇ, ਗਵਰਨਮੈਂਟ ਆਫ ਪੰਜਾਬ ਕੋਲ ਵੀ ਪਾਵਰ ਹੈ, ਜੇਲ੍ਹ ਅਥਾਰਟੀ ਕੋਲ ਹੁੰਦੀਆਂ ਹੈ, ਉਹ ਬਕਾਇਦਾ ਮੈਜਿਸਟ੍ਰੇਟ ਸਾਹਿਬ ਜਾਂ ਜੱਜ ਸਾਹਿਬ ਵੀ ਦੇਖਦੇ ਆ ਇਸ ਚੀਜ਼ਾਂ ਨੂੰ। ਉਹਨਾਂ ਦੀ ਸਜ਼ਾ 8-9 ਮਹੀਨੇ ਜੇ ਪੂਰੀ ਵੀ ਕੱਟਦੇ ਤਾਂ 8-9 ਮਹੀਨਿਆਂ ਦੇ ਵਿੱਚ ਪੂਰੀ ਉਮੀਦ ਹੈ ਬਾਹਰ ਆਉਣ ਦੀ ਉਹਨਾਂ ਦੀ, ਜੇ ਪੂਰੀ ਵੀ ਕੱਟਦੇ। ਬਾਕੀ ਅਸੀਂ ਤਾਂ ਪੂਰੀ ਕੋਸ਼ਿਸ਼ ਕਰਾਂਗੇ ਸਿੱਧੂ ਸਾਨੂੰ 3-4 ਮਹੀਨਿਆਂ ਤੱਕ ਸਿੱਧੂ ਸਾਹਿਬ ਲੋਕਾਂ 'ਚ ਦੁਬਾਰਾ ਆ ਜਾਣ। ਉਹਨਾਂ ਦਾ ਐਕਟਿਵ ਰਹੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਤਾਂ ਚਲੋ ਅੰਦਰ ਰਹਿਣਗੇ, ਡਾਇਰੈਕਸ਼ਨਸ ਦਿੰਦੇ ਰਹਿਣਗੇ ਅੰਦਰੋਂ ਜਾਂ ਕਿੱਦਾਂ? ਧੜਾ ਕੋਈ ਨਹੀਂ ਉਹਨਾਂ ਦਾ, ਜਿਹੜਾ ਪੰਜਾਬ ਨਾਲ ਖੜਾ ਉਹ ਸਿੱਧੂ ਸਾਹਿਬ ਦਾ ਧੜਾ ਹੈ। ਤੁਸੀਂ ਵੀ ਧੜੇ ਹੋ, ਜੇ ਚੰਗੀ ਪੱਤਰਕਾਰੀ ਕਰਦੇ ਹੋ, ਪੰਜਾਬ ਲਈ ਕਰਦੇ ਹੋ, ਮੈਂ ਵੀ ਉਹਨਾਂ ਦਾ ਧੜਾ। ਅਸੀਂ ਆਪ ਉਹਨਾਂ ਨਾਲ ਲੱਗਦੇ ਹਾਂ ਤੇ ਉਹਨਾਂ ਦਾ ਸਾਨੂੰ ਇਹੀ ਆਦੇਸ਼ ਹੈ ਵੀ ਪੰਜਾਬ ਦੇ ਹੱਕ ਦੀ ਗੱਲ ਕਰੋ। ਮੈਂ ਹੈਗਾ ਨਹੀਂ ਹੈਗਾ,
ਮੇਰੇ ਤੱਕ ਮੈਨੂੰ ਚੀਜ਼ ਪਤਾ ਲੱਗਣੀ ਚਾਹੀਦੀ। ਸਰਕਾਰ ਦੀ ਜੈਜਾਕਾਰ ਕਰੋ ਜਿੱਥੇ ਚੰਗਾ ਕੰਮ ਕਰਦੀ ਹੈ, ਸਰਕਾਰ ਦੇ ਖਿਲਾਫ ਕਰੋ ਜਿੱਥੇ ਤੁਹਾਨੂੰ ਸਹੀ ਨਹੀਂ ਲੱਗਦਾ ਪੰਜਾਬ ਦੇ ਲੋਕਾਂ ਨੂੰ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤਾਂ ਇਹ ਸਨ ਡੈਂਪੀ ਮਲਹੋਤਰਾ ਜੀ, ਜਿਨ੍ਹਾਂ ਨੇ ਇਸ ਪੂਰੇ ਕੇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਇਹ ਕੇਸ ਜਿਹੜਾ ਨਾਰਮਲ ਤਰੀਕੇ ਦਾ ਨਹੀਂ ਲੱਗ ਰਿਹਾ। ਤੇ ਦੂਜੀ ਗੱਲ ਉਹਨਾਂ ਨੇ ਖਾਸ ਇਹ ਵੀ ਕਹੀ ਹੈ ਨਵਜੋਤ ਸਿੰਘ ਸਿੱਧੂ ਦੀ ਅਗਲੀ ਰਣਨੀਤੀ ਦੇ ਬਾਰੇ ਵੀ, ਕਿ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ 'ਚ ਰਹਿਣ ਤੋਂ ਬਾਅਦ ਜਿਹੜਾ ਮੈਂ ਪੁੱਛਿਆ ਸੀਗਾ ਕਿ ਧੜਾ ਉਹਨਾਂ ਦਾ ਐਕਟਿਵ ਰਹੇਗਾ ਜਾਂ ਨਹੀਂ ਰਹੇਗਾ, ਤਾਂ ਉਹਨਾਂ ਨੇ ਖਾਸ ਤੌਰ ਤੇ ਜਵਾਬ ਦਿੱਤਾ ਕਿ ਉਹਨਾਂ ਦਾ ਧੜਾ ਕੋਈ ਨਹੀਂ ਹੈ। ਜਿਹੜਾ ਪੰਜਾਬ ਦੇ ਨਾਲ ਖੜਾ ਉਹੀ ਨਵਜੋਤ ਸਿੰਘ ਸਿੱਧੂ ਦੇ ਨਾਲ ਖੜਾ, ਉਹੀ ਪੰਜਾਬ ਦੇ ਨਾਲ ਖੜਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਇੰਟਰਵਿਊ ਪਸੰਦ ਆਏਗੀ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।